पंकज बंदना पंकज बंदना सिमरो अंगद दुख निकंदन गुरु अमर दास हृदय नित त्याऊ हृदय नित त्याऊ श्री गुरु रामदास गुण गाओ गुरु अर्जन बिघ्नन के नाशक बिघ्नन के नाशक श्री हरि गोबिंद सोमत प्रकाशक श्री हर राय नमो कर जोरी नमो कर जोरी श्री हर कृष्ण मनाऊं बहोरी गुरु तेग बहादुर परम कृपाला परम कृपाला श्री गुरु गोबिंद सिंह विशाला तरो तरा पर पुन पुन सीसा पुन पुन सीसा मंदो बार बार जगदीसा एक ओंकार सतगुरु तेहि प्रसाद सच होए वाहिगुरु जी की फतेह है विघ्न विनाशन सोए वाहिगुरु जी की फतेह विघ्न है विनाशन सोए दोहरा नानक आखे रुकन दीना सच्चा सुनो जवाब पढ़े सुने जो प्रीत कर छूटे सब अजाब वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਜਾਂਦੇ ਹਨ ਔਰ ਕੱਲ ਆਪਾਂ ਸਰਵਣ ਕਰ ਰਹੇ ਸੀ ਜਦੋਂ ਸਤਿਗੁਰੂ ਰਾਤ ਨੂੰ ਮੱਕੇ ਦੀ ਪਰਿਕਰਮਾ ਵਿੱਚ ਆਰਾਮ ਕਰਦੇ ਹਨ ਲੰਬੇ ਪੈ ਜਾਂਦੇ ਹਨ ਤਾਂ ਤੜਕੇ ਇੱਕ ਮੁੱਲਾ ਜੀਵਨ ਮੁੱਲਾ ਨਾਮ ਦਾ ਇੱਕ ਮਨੁੱਖ ਆਉਂਦਾ ਮੁਸਲਮਾਨ ਔਰ ਉਹ ਸਾਰੇ ਹਾਜੀਆਂ ਨੂੰ ਜਗਾਉਂਦਾ ਵੀ ਉੱਠ ਕੇ ਨਮਾਜ਼ ਕਰੋ ਅੰਮ੍ਰਿਤ ਵੇਲੇ ਦੀ ਔਰ ਨਾਲ ਹੀ ਦੇਖ ਰਹੇ ਐ ਸਾਰਿਆਂ ਨੂੰ ਤੇ ਵੇਖਦਿਆਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਵੇਖਿਆ ਹੈ ਤੇ ਕੀ ਵੇਖਦਾ ਹੈ ਕਿ ਇਹਦੇ ਪੈਰ ਕਾਬੇ ਵੱਲ ਹਨ ਭਾਵ ਉਹ ਮਸੀਤ ਜਿਹਦੇ ਵਿੱਚ ਉਹਨਾਂ ਨੇ ਪੂਜਨ ਦੇ ਲਈ ਗੁਰੂ ਪਿਆਰਿਓ ਸੰਗੇ ਆਬ ਭਾਵ ਸੰਗਮਰਮਰ ਦਾ ਪੱਥਰ ਜਿਹਨੂੰ ਹਿੰਦੂ ਮਤ ਵਿੱਚ ਸ਼ਿਵਲਿੰਗ ਕਹਿੰਦੇ ਹਨ ਉਹ ਉਹਦੇ ਵਿੱਚ ਫਿੱਟ ਕੀਤਾ ਹੋਇਆ ਔਰ ਭਾਈ ਮਰਦਾਨਾ ਜੀ ਇੱਕ ਦਿਨ ਪਹਿਲਾਂ ਦੇਖ ਕੇ ਆਏ ਆ ਰਾਤ ਨੂੰ ਉੱਥੇ ਸੌਂ ਗਏ ਤੇ ਉਸ ਮੁਲਾਣੇ ਨੇ ਜੀਵਨ ਨੇ ਵੇਖਿਆ ਵੀ ਇਹਦੇ ਪੈਰ ਉਸ ਕਾਬੇ ਦੇ ਵੱਲ ਹਨ ਤੇ ਉਹਨਾਂ ਨੇ ਆ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਠੇਡਾ ਮਾਰਿਆ ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਜਿਸ ਵੇਲੇ ਗੁਰੂ ਪਿਆਰਿਓ ਆ ਕੇ ਉਸਨੇ ਠੇਡਾ ਮਾਰਿਆ ਪਾਤਸ਼ਾਹ ਨੂੰ ਨਾਲ ਹੀ ਕਹਿੰਦਾ ਕਿਹੜਾ ਸੁੱਤਾ ਕੁਫਰ ਕੁਫਾਰੀ ਓਏ ਤੂੰ ਝੂਠਿਆ ਕੌਣ ਹੈ ਤੂੰ ਅੱਲਾਹ ਪਾਕ ਦੇ ਘਰ ਵੱਲ ਪੈਰ ਕਰਕੇ ਪਿਆ ਤੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਭਾਈ ਦੂਜੇ ਪਾਸੇ ਕਰ ਦੇ ਮੈਨੂੰ ਪਤਾ ਨਹੀਂ ਸੀ ਥੱਕੇ ਹੋਏ ਸੀ ਰਾਤ ਨੂੰ ਜਾਂ ਦੂਜੇ ਪਾਸੇ ਕਰਦਾ ਤੇ ਕਹਿੰਦੀ ਉਹ ਕਾਬਾ ਉਹ ਮੱਕਾ ਵੀ ਘੁੰਮ ਜਾਂਦਾ ਦਿਨ ਚੜੇ ਲੋਕ ਇਕੱਠੇ ਹੋ ਜਾਂਦੇ ਆ ਪਤਾ ਲੱਗਦਾ ਵੀ ਇਹ ਕੀ ਹੋ ਗਿਆ ਫਿਰ ਬਾਬੇ ਨਾਨਕ ਜੀ ਦੇ ਨਾਲ ਉੱਥੇ ਅਨੇਕਾਂ ਹਾਜੀਆਂ ਕਾਜੀਆਂ ਦੀ ਗੱਲਬਾਤ ਹੁੰਦੀ ਹੈ ਵਿਚਾਰ ਵਟਾਂਦਰੇ ਹੁੰਦੇ ਆ ਸਤਿਗੁਰੂ ਉਹਨਾਂ ਨੂੰ ਸੱਚੀ ਨਵਾਜ਼ ਕਰਨ ਦਾ ਗਿਆਨ ਦਿੰਦੇ ਆ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਹ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜਾ ਕੂੜੀ ਪਾਏ ਇਹ ਬਚਨ ਬਾਦਸ਼ਾਹ ਨੇ ਬਾਣੀ ਵਿੱਚ ਵੀ ਰਚਿਆ ਔਰ ਉੱਥੇ ਮੱਕੇ ਦੇ ਵਿੱਚ ਉਚਾਰਿਆ ਗਿਆ ਫਿਰ ਕਾਜੀ ਰੋਕਣ ਦੀ ਨਾਲ ਕਾਫੀ ਗੱਲਬਾਤ ਹੁੰਦੀ ਹੈ ਕੱਲ ਆਪਾਂ ਇੱਕ ਸ਼ਬਦ ਸਰਵਣ ਕੀਤਾ ਜਿਸ ਨੂੰ ਕਿ
ਕਰਨੀਨਾਮਾ ਕਾਜੀ ਰੋਕਣ ਦੀਨ ਨਾਲ ਮੱਕੇ 'ਚ ਹੋਇਆ। ਕਰਨੀਨਾਮਾ ਗੁਰਮਤਿ ਦਾ ਸ਼ਬਦ ਹੈ ਤੇ ਜਿਸ ਨੂੰ ਅਸੀਂ ਅੰਗਰੇਜ਼ੀ 'ਚ ਕਹਿ ਦਈਏ ਪਲੈਨਿੰਗ, ਭਾਵ ਗੁਰੂ ਨਾਨਕ ਦੇਵ ਜੀ ਨੇ 10ਵੇਂ ਜਾਮੇ ਤੱਕ ਜੋ ਕਰਨਾ ਹੈ ਉਸ ਕਰਨੀਨਾਮੇ ਵਿੱਚ ਉਹਨਾਂ ਹਾਜੀਆਂ ਨਾਲ ਗੱਲਬਾਤ ਕੀਤੀ ਹੈ ਵੀ ਆਉਣ ਵਾਲੇ ਸਮੇਂ 'ਚ ਕੀ ਕੁਝ ਕਰਨਾ ਹੈ। ਆਓ ਇਸ ਕਰਨੀਨਾਮੇ ਦੀਆਂ ਕੁਝ ਪੰਕਤੀਆਂ ਸਰਵਣ ਕੀਤੀਆਂ ਸੀ, ਆਓ ਇਸ ਨੂੰ ਆਰੰਭ ਕਰਕੇ ਸਰਵਣ ਕਰੀਏ ਕਿ ਸਤਿਗੁਰਾਂ ਨੇ ਕਾਜੀ ਰੋਕਣ ਦੀਨ ਨੂੰ ਕੀ ਕਿਹਾ। ਤੇ ਜਿਹੜਾ ਸ਼ਬਦ ਆਪਾਂ ਉਚਾਰਦੇ ਹਾਂ ਦੋਹਰੇ ਵਿੱਚ ਰੋਜ਼ਾਨਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ, ਇਹ ਦੋਹਰਾ ਵੀ ਬਾਬੇ ਨਾਨਕ ਨੇ ਰੁਕਣ ਦੀਨ ਨੂੰ ਕਿਹਾ ਸੀ। ਕਹੋ ਸਤਨਾਮ। ਖੈਰ ਆਰੰਭ ਕਰੀਏ ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨਾਨਕ ਆਖੇ ਰੁਕਨ ਦੀਨ ਸੁੱਚਾ ਸੁਨੋ ਜਵਾਬ। ਧੰਨ ਗੁਰੂ ਨਾਨਕ ਦੇਵ ਜੀ ਕਾਜੀ ਰੁਕਨ ਦੀਨ ਨੂੰ ਕਹਿਣ ਲੱਗੇ, ਆ ਰੁਕਨ ਦੀਨ ਤੈਨੂੰ ਸੱਚੀਆਂ ਗੱਲਾਂ ਸੁਣਾਈਏ। ਪੜੇ ਸੁਣੇ ਜੋ ਪ੍ਰੀਤ ਕਰ ਛੁੱਟੇ ਸਭ ਅਜਾਬ। ਜਿਹੜਾ ਸਾਡੀਆਂ ਇਹਨਾਂ ਗੱਲਾਂ ਨੂੰ ਗੌਰ ਨਾਲ ਸੁਣੇਗਾ ਜਾਂ ਆਉਣ ਵਾਲੇ ਸਮੇਂ ਵਿੱਚ ਪੜ੍ਹੇਗਾ, ਕਿਉਂਕਿ ਸਤਿਗੁਰਾਂ ਦੀ ਹਰ ਗੱਲ ਲਿਖੀ ਜਾਂਦੀ ਸੀ। ਭਾਈ ਮਰਦਾਨੇ ਨੇ ਪੁੱਛਿਆ ਸੀ ਨਾ ਕਿ ਮਹਾਰਾਜ ਮੈਂ ਤੁਹਾਨੂੰ ਬਹੁਤੇ ਸਵਾਲ ਜਵਾਬ ਕਰਦਾ ਹਾਂ, ਕਿਤੇ ਤੁਸੀਂ ਗੁੱਸੇ ਤਾਂ ਨਹੀਂ ਹੁੰਦੇ? ਤੇ ਬਾਬਾ ਜੀ ਕਹਿੰਦੇ ਨਹੀਂ ਮਰਦਾਨੇ ਆ, ਤੂੰ ਪੁੱਛ ਤੇ ਮੈਂ ਦੱਸੂਗਾ। ਇਹ ਆਪਣੇ ਸਵਾਲ ਜਵਾਬ ਤੇਰੇ ਇਕੱਲੇ ਦੇ ਨਹੀਂ, ਸਾਰੇ ਦੁਨੀਆ ਦੇ ਹਨ। ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਵੀ ਕੰਮ ਆਉਣਗੇ। ਸੋ ਇਸ ਕਰਕੇ ਕਰਨੀਨਾਮਾ ਵੀ ਲਿਖਿਆ ਗਿਆ, ਜਿਵੇਂ ਇਤਿਹਾਸ ਲਿਖਿਆ ਗਿਆ। ਪਾਤਸ਼ਾਹ ਕਹਿੰਦੇ ਜਿਹੜਾ ਇਸ ਸਾਡੀ ਵਿਚਾਰ ਨੂੰ ਆਰਾਮ ਪਿਆਰ ਦੇ ਨਾਲ ਪੜ੍ਹੇ ਸੁਣੇਗਾ, ਉਹ ਸਾਰੇ ਪਾਪਾਂ ਤੋਂ ਭਾਵ ਮਾੜੀ ਸੋਚ ਚੋਂ ਨਿਕਲ ਜਾਵੇਗਾ। 10ਵਾਂ ਜਾਮਾ ਪਹਿਨ ਕਰ ਬੈਠੂ ਪੁਰ ਕਰਤਾਰ। ਮੈਂ 10ਵੇਂ ਜਾਮੇ ਵਿੱਚ ਕਰਤਾਰਪੁਰ ਬੈਠਾਂਗਾ ਔਰ ਕਰਤਾਰਪੁਰ ਬੈਠ ਕੇ ਔਰੰਗਜ਼ੇਬ ਪਾਤਸ਼ਾਹ ਸਿਓ ਜੁੱਧ ਕਰੂੰ ਬਹੁ ਬਾਰ। ਔਰ ਫਿਰ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਮੈਂ ਕਈ ਜੰਗ ਕਰਾਂਗਾ 10ਵੇਂ ਜਾਮੇ ਵਿੱਚ। ਟੁਕ ਬਲੇ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ। ਔਰ ਮੈਂ ਟੁਕ ਵੱਲ ਮਤਲਬ ਜਿਹਨੂੰ ਅਸੀਂ ਜ਼ਫਰਨਾਮਾ ਕਹਿੰਦੇ ਆ, ਟੁਕੜਾ ਹੁੰਦਾ ਕਾਗਜ਼ ਦਾ ਟੁਕੜਾ, ਉਹ ਕਾਗਜ਼ ਦਾ ਟੁਕੜਾ ਭਾਵ ਜ਼ਫਰਨਾਮੇ ਵਾਲਾ ਪੇਪਰ, ਔਰ ਨਾਲ ਆਪਣੀ ਸ਼ਕਤੀ ਬਲ ਇਹ ਦੇ ਕੇ ਮੈਂ ਭੇਜਾਂਗਾ ਔਰੰਗਜ਼ੇਬ ਦੇ ਕੋਲ ਸਿੰਘਾਂ ਨੂੰ। ਦੇਖ ਉਹਨਾਂ ਨੂੰ ਬੋਲ ਸੀ ਪਾਤਸ਼ਾਹ ਔਰੰਗ। ਔਰ ਜਦੋਂ ਇਹ ਮੇਰੇ ਸਿੰਘ ਉਹਦੇ ਕੋਲ ਜਾਣਗੇ ਤੇ ਫਿਰ ਬਾਦਸ਼ਾਹ ਔਰੰਗ ਕੀ ਕਹੇਗਾ? ਦੇਖ ਉਹਨਾਂ ਵੱਲ ਘਟ ਸੀ ਭੁੱਲ ਗਿਆ ਨਿਫੰਦ। ਔਰ ਉਹਨਾਂ ਨੂੰ ਦੇਖ ਕੇ ਔਰੰਗਜ਼ੇਬ ਦੀ ਤਾਕਤ ਘਟ ਜਾਵੇਗੀ। ਆਗੇ ਪੈਦਾ ਕਿਉਂ ਭਲਾ ਨਾ ਕਿਉ ਗੋਬਿੰਦ। ਆਗੇ ਦਾ ਮਤਲਬ ਪਹਿਲਾਂ ਹੀ, ਸਮੇਂ ਤੋਂ ਪਹਿਲਾਂ। ਗੁਰੂ ਪਿਆਰਿਓ, ਜਿਸ ਵੇਲੇ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਉਹਨਾਂ ਦੇ ਕੋਲ ਜ਼ਫਰਨਾਮਾ ਲੈ ਕੇ ਜਾਂਦੇ ਨੇ ਤੇ ਕਈ ਦਿਨ ਤਾਂ ਜਿਹੜੇ ਪਹਿਰੇਦਾਰ ਹੈ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੰਦੇ। ਉੱਥੋਂ ਫਿਰ ਸਿੰਘਾਂ ਨੇ ਅਰਦਾਸਾ ਕੀਤਾ, ਪਾਤਸ਼ਾਹ ਆਪਣਾ ਕਾਰਜ ਆਪੇ ਰਾਸ ਕਰੋ, ਸਾਨੂੰ ਤਾਂ ਇਹ ਅੰਦਰ ਨਹੀਂ ਜਾਣ ਦਿੰਦੇ। ਕਹਿੰਦੇ ਔਰੰਗਜ਼ੇਬ ਰਿੱਧੀਆਂ ਸਿੱਧੀਆਂ ਦਾ ਮਾਲਕ ਸੀਗਾ, ਬੜੀਆਂ ਕਰਾਮਾਤਾਂ ਇਹਨੇ ਰਾਮ ਰਾਏ ਤੋਂ ਦੇਖੀਆਂ ਸਨ। ਤਾਂ ਗੁਰੂ ਪਿਆਰਿਓ ਇਹ ਕਹਿੰਦੇ ਰਿੱਧੀਆਂ ਸਿੱਧੀਆਂ ਦੇ ਨਾਲ ਹੀ ਮੱਕੇ ਦੀ ਪਰਿਕਰਮਾ ਕਰਨ ਜਾਂਦਾ ਸੀ, ਦਰਸ਼ਨ ਕਰਨ ਜਾਂਦਾ ਸੀ। ਤੇ 10ਵੇਂ ਪਾਤਸ਼ਾਹ ਜੀ ਵੀ ਆਪਣੇ ਸਰੀਰਕ ਬਲ ਦੇ ਨਾਲ ਸਮੇਤ ਘੋੜੇ ਦੇ ਇਸ ਦੇ ਸਾਹਮਣੇ ਪਹੁੰਚ ਗਏ। ਜਦੋਂ ਇਹ ਮੱਕੇ ਦੀ ਪਰਿਕਰਮਾ ਕਰਕੇ ਘੁੰਮਦਾ ਹੋਇਆ ਦੂਜੇ ਪਾਸੋਂ ਜਾ ਰਿਹਾ ਸੀ, ਤੁਸੀਂ ਕਈ ਵਾਰ ਦੇਖਦੇ ਹੋ ਨਿਹੰਗ ਸਿੰਘ ਇੱਧਰ ਦੀ ਪਰਿਕਰਮਾ ਕਰਦੇ ਆ, ਆਪਾਂ ਇੱਧਰ ਦੀ ਕਰਦੇ ਆ, ਨਿਹੰਗ ਸਿੰਘ ਉੱਧਰ ਦੀ ਉਲਟੇ ਪਾਸਿਓਂ ਕਰਦੇ ਆ। ਇਹ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਨੇ ਉਲਟੇ ਪਾਸਿਓਂ ਜਾ ਕੇ ਘੇਰਿਆ ਸੀਗਾ ਔਰੰਗੇ ਨੂੰ। ਕੋ ਸੱਚ ਜਿਹਦਾ ਮਗਰ ਜਾਂਦੇ ਸੀ ਤੇ ਫੜਿਆ ਨਹੀਂ ਜਾਂਦਾ ਸੀਗਾ, ਤਾਂ ਤੇ ਪਾਤਸ਼ਾਹ ਜੀ ਨੇ ਦੂਜੇ ਪਾਸੇ ਦੀ ਜਾ ਕੇ ਮੂਹਰੋਂ ਹੋ ਕੇ ਰੋਕਿਆ। ਕਹਿੰਦੇ ਰੁਕ, ਘਬਰਾ ਗਿਆ ਵੀ ਹੈ ਇਹ ਕੌਣ ਆ? ਕਹਿੰਦੇ ਪਛਾਣਿਆ? ਕਹਿਣ ਲੱਗਿਆ ਜੀ ਤੁਸੀਂ ਕੌਣ? ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ। ਅੱਛਾ, ਤੇ ਤੇਰੇ ਤਖਤ ਤੇ ਦਿੱਲੀ ਦੇ ਵਿੱਚ ਸਾਡੇ 2 ਸਿੰਘ ਆਏ ਆ ਚਿੱਠੀ ਲੈ ਕੇ ਸਾਡੀ, ਤੇ ਤੂੰ ਲੈਂਦਾ ਕਿਉਂ ਨਹੀਂ ਗਾ? ਕੰਬਣ ਲੱਗ ਗਿਆ ਸੀ ਉਸ ਵੇਲੇ ਇਹ ਧਰ ਵੀ ਆ ਤਾਂ ਮੈਨੂੰ ਰਾਹ 'ਚ ਹੀ ਘੇਰ ਲਿਆ। ਕਹੋ ਸਤਨਾਮ। ਹੁਣ ਕੀ ਬਣੂਗਾ ਮੇਰਾ?
ਜੇ ਪਾਤਸ਼ਾਹ ਚਾਹੁੰਦੇ ਉਹਨੂੰ ਉੱਥੇ ਹੀ ਖਤਮ ਕਰ ਦਿੰਦੇ, ਪਰ ਨਹੀਂ, ਪਾਤਸ਼ਾਹ ਨੇ ਕਦੇ ਵੀ ਨਿਹੱਥੇ ਤੇ ਹਮਲਾ ਨਹੀਂ ਕੀਤਾ ਤੇ ਨਾ ਹੀ ਸਿੰਘਾਂ ਨੂੰ ਹੁਕਮ ਹੈ। ਕਹੋ ਸਤਨਾਮ ਸ੍ਰੀ। ਜਿਸ ਵੇਲੇ ਗੁਰੂ ਪਿਆਰਿਓ ਇਹ ਗੱਲਬਾਤ ਹੋਈ, ਔਰੰਗਜ਼ੇਬ ਕਹਿੰਦਾ ਮੈਂ ਤੜਕੇ ਹੀ ਉਹਨਾਂ ਨੂੰ ਬੁਲਾ ਕੇ ਉਹਨਾਂ ਚਿੱਠੀ ਲੈ ਲਵਾਂਗਾ। ਕਹਿੰਦੇ ਤੇਰੇ ਫਿਰ ਨਹੀਂ ਯਾਦ ਰਹਿਣਾਗਾ, ਇਹਨੂੰ ਸੁਪਨਾ ਸਮਝ ਕੇ ਟਾਲ ਦੇਵੇਂਗਾ। ਪਾਤਸ਼ਾਹ ਨੇ ਆਪਣੇ ਤੀਰ ਤੋਂ ਮੂਖੀ ਲਾਹੀ ਆ, ਡੰਡੀ ਸਾਰੀ ਪੂਰੀ ਦਿੱਤੀ, ਕੱਲੀ ਮੂਖੀ ਲਾ ਕੇ ਫੜਾਈ। ਕਹਿੰਦੇ ਸਾਡਾ ਹਥਿਆਰ ਫੜ, ਇਹਨੂੰ ਪਾ ਜੇਬ 'ਚ। ਔਰ ਤੜਕੇ ਇਹ ਹਥਿਆਰ ਸਾਡੇ ਸਿੰਘਾਂ ਨੂੰ ਦੇ ਦੀ ਤੇ ਚਿੱਠੀ ਹੁਣ ਲੈਣੀ, ਮੈਨੂੰ ਤਸੱਲੀ ਹੋ ਜੂ ਵੀ ਹਾਂ ਤੂੰ ਚਿੱਠੀ ਲੈ ਲਈ ਹੈ। ਫਿਰ ਦੂਜੇ ਦਿਨ ਜਦ ਉੱਠਿਆ ਤੇ ਕਹਿੰਦੇ ਦੱਸਦੇ ਆ ਇਹਦੇ ਖੀਸੇ 'ਚੋਂ ਮੂਖੀ ਨਿਕਲੀ। ਵੇਖ ਕੇ ਯਾਦ ਆਇਆ ਵੀ ਗੁਰੂ ਗੋਬਿੰਦ ਸਿੰਘ ਮਿਲੇ ਸੀਗੇ, ਚਿੱਠੀ ਲੈਣੀ ਆ। ਫਿਰ ਜਾ ਕੇ ਸਭਾ ਦੇ ਵਿੱਚ ਕਹਿੰਦਾ ਪਹਿਰੇਦਾਰ ਨੂੰ ਕਿ ਬਾਹਰ 2 ਸਿੱਖ ਆਏ ਆ, 2 ਸਿੰਘ ਆਏ ਆ। ਕਹਿੰਦੇ ਹਾਂ। ਕਹਿੰਦੇ ਅੰਦਰ ਭੇਜੋ। ਭੇਜ ਦਿੱਤੇ, ਅੰਦਰ ਚਲੇ ਗਏ। ਤੇ ਉੱਥੇ ਫਿਰ ਔਰੰਗਜ਼ੇਬ ਦੇ ਬਾਰੇ ਜਿਹੜੀ ਆ ਗੱਲ ਲਿਖੀ ਹੈ ਨਾ, ਦੇਖ ਉਹਨਾਂ ਬਲ ਘੱਟ ਸੀ, ਉਹਦੀ ਤਾਕਤ ਘਟ ਗਈ ਨਾਲ ਦੀ ਨਾਲ ਸਿੰਘਾਂ ਨੂੰ ਦੇਖ ਕੇ। ਉੱਥੇ ਉਹਨੇ ਇਹ ਵੀ ਕਿਹਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚੰਗਾ ਨਹੀਂ ਕੀਤਾ, ਖਾਲਸਾ ਪੰਥ ਜਲਤੀ ਸਾਜਤਾ, ਮੇਰੀ ਹਜੇ 40 ਸਾਲ ਰਾਜ ਦਾ ਸਮਾਂ ਬਾਕੀ ਸੀ। ਤੇ ਭਾਈ ਦਇਆ ਸਿੰਘ ਜੀ ਹੋਰੀ ਕਹਿੰਦੇ ਤੂੰ ਵੀ ਕਾਹਲੀ ਕੀਤੀ, 2 ਤੋਂ 1 ਬਣਾਉਣ ਨੂੰ ਫਿਰਦਾ ਸੀਗਾ। ਗੁਰੂ ਤੇਗ ਬਹਾਦਰ ਨੇ ਕਿਹਾ ਸੀ ਨਾ ਉੱਥੇ ਦਿੱਲੀ ਇਸ ਨੂੰ, ਕਹਿੰਦੇ ਤੇਰੀ ਇੱਛਾ ਪੂਰੀ ਨਹੀਂ ਹੋਣੀ, ਉਹੀ ਹੁੰਦਾ ਜੋ ਪਰਮੇਸ਼ਰ ਨੂੰ ਪਾਉਂਦਾ। ਤੂੰ 2 ਤੋਂ 1 ਬਣਾਉਣ ਨੂੰ ਫਿਰਦਾ, ਮੈਨੂੰ ਲੱਗਦਾ 2 ਤੋਂ 3 ਬਣਨਗੇ, ਹੁਣ ਤੀਜਾ ਪ੍ਰਗਟ ਹੋਵੇਗਾ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਹੈ? ਬਾਦਸ਼ਾਹ ਕਹਿੰਦੇ ਤਸੱਲੀ ਕਰ ਲਾ। ਕਿਵੇਂ? 5 ਮਣ ਬੱਕੀਆਂ ਕਾਲੀਆਂ ਮਿਰਚਾਂ ਮੰਗਵਾਈਆਂ ਗਈਆਂ। ਬਾਦਸ਼ਾਹ ਕਹਿੰਦੇ ਇਹਨਾਂ ਨੂੰ ਅੱਗ ਲਾ ਕੇ ਮਚਾ ਦੇ, ਚੱਕੀਆਂ ਵਿੱਚ ਪਿਸਾ ਦੇ, ਰਗੜਾ ਦੇ। ਸਾਰਾ ਕੁਝ ਕੀਤਾ ਗਿਆ। ਕਹਿੰਦੇ ਹੁਣ ਛਾਣ ਲੈ, ਜੋ ਬਾਕੀ ਬਚੂਗਾ ਇਹ ਤੇਰਾ ਜਵਾਬ ਹੋਊਗਾ। ਕਹੋ ਸਤਨਾਮ ਸ੍ਰੀ। ਤੇ ਜਦੋਂ ਇਸ ਤਰ੍ਹਾਂ ਪੂਰਾ ਕੁੱਟ ਪੀਸ ਕਰਕੇ ਉਹ ਕਾਲੀਆਂ ਮਿਰਚਾਂ ਸਾੜ ਮਚਾ ਕੇ ਛਾਣੀਆਂ ਗਈਆਂ ਤਾਂ 3 ਬਚੀਆਂ। ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਹੁਣ ਤੀਜਾ ਪੈਦਾ ਹੋਊਗਾ, ਤੂੰ 2 ਤੋਂ 1 ਕਰਨ ਨੂੰ ਫਿਰਦਾ। ਤਾਂ ਉਸ ਵੇਲੇ ਫਿਰ ਗੁਰੂ ਪਿਆਰਿਓ ਔਰੰਗਜ਼ੇਬ ਨੂੰ ਪਤਾ ਲੱਗ ਗਿਆ ਸੀ ਵੀ ਤੀਜਾ ਹੁਣ ਪੈਦਾ ਹੋਣਾ ਹੀ ਹੋਣਾ। ਇਸ ਕਰਕੇ ਮਨੋਬਿਰਤੀਆਂ ਉੱਥੇ ਰੱਖੀਏ। ਉਹ ਕਹਿਣ ਲੱਗਿਆ ਚੰਗਾ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਨੇ, ਖਾਲਸਾ ਅੱਗੋਂ ਹੀ ਮਤਲਬ ਪਹਿਲਾਂ ਹੀ ਸਾਜ ਦਿੱਤਾ ਹੈ। ਅਲੋਪ ਹੋਵਾਂਗਾ ਰਾਜ ਦੇ ਮਨ ਥਾਪੋ ਗੋਬਿੰਦ। ਔਰ ਫਿਰ 10ਵੇਂ ਜਾਮੇ ਤੋਂ ਬਾਅਦ ਮੈਂ ਅਲੋਪ ਹੋਵਾਂਗਾ। ਇਤਿਹਾਸ ਪੜ੍ਹ ਲਓ, ਸਾਖੀਆਂ ਸੁਣਦੇ ਹੋ। ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਜਦੋਂ ਆਖਰੀ ਦਿਨਾਂ ਦੇ ਵਿੱਚ ਸ਼੍ਰੀ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਆ, ਨਮਸਕਾਰ ਕਰ ਦਿੱਤੀ ਆ, ਸਾਈਡ ਤੇ ਖੜ ਕੇ ਹੁਕਮ ਸੁਣਾ ਦਿੱਤੇ ਆ ਕਿ ਅੱਜ ਤੋਂ ਬਾਅਦ ਮੇਰਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੈ, ਜਿਸ ਨੂੰ ਅੱਗੇ ਕਵੀਆਂ ਨੇ ਫਿਰ ਦੋਹਰੇ ਦੇ ਰੂਪ 'ਚ ਬਣਾਤਾ ਤੇ ਅਸੀਂ ਰੋਜ਼ ਅਰਦਾਸ ਨਾਲ ਯਾਦ ਕਰਦੇ ਹਾਂ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸ ਵੇਲੇ ਗੱਲਬਾਤ ਹੋਈ ਹੈ ਵਾਰਤਾ ਵਿੱਚ। ਮੁੜ ਕੇ ਢਾਡੀ ਕਵਿਸ਼ੜ ਹੁੰਦੇ ਆ ਸਤਿਗੁਰਾਂ ਦੀਆਂ ਗੱਲਾਂ ਬਾਤਾਂ ਨੂੰ, ਫਿਰ ਕਥਾ ਵਾਰਤਾ ਨੂੰ ਗੁਰੂ ਪਿਆਰਿਓ ਜਿਹੜਾ ਹੈ ਕਵਿਤਾ ਵਿੱਚ ਕਰ ਦਿੰਦੇ ਆ। ਜਿਵੇਂ ਇਹ ਕਥਾ ਵੀ ਸਾਰੀ ਭਾਈ ਸੰਤੋਖ ਸਿੰਘ ਨੇ ਵਾਰਤਕ ਨੂੰ ਕਥਾ ਵਿੱਚ ਬਣਾ ਦਿੱਤਾ ਹੈ, ਚੰਦਾਬੰਦੀ ਕਰ ਦਿੱਤੀ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਦੇਣ ਤੋਂ ਬਾਅਦ ਸਿੱਖਾਂ ਨੂੰ ਕਿਹਾ ਹੁਣ ਸਾਡਾ ਸਮਾਂ ਆ ਗਿਆ ਜਾਣ ਦਾ। ਸਿੱਖ ਬਰਾਕ ਕਰਨ ਲੱਗੇ। ਪਾਤਸ਼ਾਹ ਕਹਿੰਦੇ ਰੋਣਾ ਨਹੀਂ ਹੈਗਾ, ਮੈਂ 2 ਦੇਸ਼ਾਂ ਦਾ ਰਾਜਾ ਹਾਂ, ਕਦੇ ਇੱਥੇ ਕਦੇ ਉੱਥੇ, ਜਦੋਂ ਯਾਦ ਕਰੋਗੇ ਉਦੋਂ ਹੀ ਆਵਾਂਗਾ। ਪਰ ਪਾਤਸ਼ਾਹ ਜੀ ਨੇ ਸੰਸਾਰ ਦੀ ਲੀਲਾ ਰਚਦਿਆਂ ਹੋਇਆਂ 2 ਕਨਾਤਾਂ ਲਵਾਈਆਂ, ਇੱਕ ਬਾਹਰ ਵੱਡੀ ਦੂਰ ਤੱਕ, ਦੂਸਰੀ ਉਸ ਤੋਂ 10-20 ਕਦਮਾਂ ਅੰਦਰ ਕਰਕੇ ਸੈਂਟਰ ਦੇ ਵਿੱਚ, ਉਹਦੇ ਵਿੱਚ ਕਹਿੰਦੇ ਚੰਨਣ ਦੀ ਚਿਖਾ ਬਣਾਈ ਗਈ। ਔਰ ਪਾਤਸ਼ਾਹ ਸਾਰਾ ਬਿਉਂਤਬੰਦੀ ਕਰਕੇ 5 ਪਿਆਰੇ ਪਹਿਲਾਂ ਸਾਜ ਦਿੱਤੇ ਆ 99 ਦੀ ਵਿਸਾਖੀ ਤੇ। ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇ ਕੇ 5 ਪਿਆਰੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਰ ਦਿੱਤਾ ਹੈ। 5 ਪਿਆਰੇ ਗੁਰੂ ਕੋਲ ਹੋ ਕੇ ਹੀ ਪੂਰਾ ਗੁਰੂ ਬਣਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ 5 ਪਿਆਰੇ ਖੜ ਕੇ ਹੀ ਅੰਮ੍ਰਿਤ ਛਕਾਉਂਦੇ ਆ। ਤੋ ਖੈਰ ਉਸ ਤੋਂ ਬਾਅਦ ਪਾਤਸ਼ਾਹ ਚਿਖਾ ਵੱਲ ਜਾਂਦੇ ਆ। ਔਰ ਜਦੋਂ ਉੱਥੇ ਚਲੇ ਜਾਂਦੇ ਆ, ਚਿਖਾ ਦੇ ਵਿੱਚੋਂ ਲਾਟ ਨਿਕਲਦੀ ਆ। ਜਾਂਦਿਆਂ ਨੂੰ ਇਹ ਵੀ ਕਿਹਾ ਸੀ ਚਿਖਾ ਨੂੰ ਫਰੋ ਲਿਓ ਨਾ, ਇੱਥੇ ਹੀ ਨੱਪ ਦਿਓ ਥੱਲੇ, ਇਹ ਤੋਂ ਕੁਝ ਨਹੀਂ ਲੱਭਣਾ ਤੁਹਾਨੂੰ। ਜਦੋਂ ਕਿ ਸਰੀਰ ਦੇ ਉੱਤੇ ਮਨ ਪੱਕੇ ਸ਼ਾਸਤਰ ਵੀ ਤਾਂ ਧਾਰਨ ਸਨ, ਵੱਡੀਆਂ ਤਲਵਾਰਾਂ, ਛੋਟੀਆਂ ਤਲਵਾਰਾਂ, ਕੇਸਾਂ ਦੇ ਸ਼ਾਸਤਰ, ਗੁਰੂ ਪਿਆਰੋ ਚੱਕਰ ਆਦਿ ਸਭ ਕੁਝ, ਢਾਲ, ਇਹ ਸਾਰਾ ਕੁਝ ਸਜੇ ਸਜਾਏ ਸਤਿਗੁਰੂ ਚਿਖਾ ਵੱਲ ਜਾਂਦੇ ਨੇ। ਔਰ ਚਿਖਾ ਚੋਂ ਲਾਟ ਨਿਕਲਦੀ ਹੈ, ਸੰਗਤਾਂ ਬਰਾਕ ਕਰਦੀਆਂ।
2-3 ਘੰਟਿਆਂ ਬਾਅਦ ਸ਼ਾਮਾਂ ਨੂੰ ਉੱਥੇ ਇੱਕ ਰਿਸ਼ੀ ਆਉਂਦਾ ਹੈ, ਸਾਧੂ ਆਉਂਦਾ ਹੈ, ਉਹਦੇ ਕੋਲ ਇੱਕ ਬੜਾ ਪ੍ਰਸ਼ਾਦ ਦਾ ਬਾਟਾ ਹੈ। ਉਹ ਸਿੱਖਾਂ ਨੂੰ ਪੁੱਛਦਾ ਤੁਸੀਂ ਰੋਂਦੇ ਕਿਉਂ ਆ? ਕਹਿੰਦੇ ਮਹਾਰਾਜ ਸਾਨੂੰ ਇੱਥੇ ਆ ਕੇ ਛੱਡ ਗਏ, ਵਿਛੋੜਾ ਦੇ ਗਏ, ਪਰਲੋਕ ਚਲੇ ਗਏ। ਉਹ ਸਾਧੂ ਕਹਿੰਦਾ ਕਿਸੇ ਪਰਲੋਕ ਨਹੀਂ ਗਏ, ਮੈਨੂੰ ਤਾਂ ਜੰਗਲ ਜਾਂਦੇ ਮਿਲੇ ਨਾ, ਨੀਲੇ ਘੋੜੇ ਤੇ ਸਵਾਰ ਸੀ, ਔਰ ਮੈਨੂੰ ਕਹੇ ਜਾ ਕੇ ਸਿੱਖਾਂ ਨੂੰ ਸਮਝਾਓ ਮੈਂ ਕਿਤੇ ਨਹੀਂ ਗਿਆ, ਜਦੋਂ ਯਾਦ ਕਰੋਗੇ ਆਊਂਗਾ, ਭਰੋਸਾ ਰੱਖੋ। ਆਹ ਦੇਖੋ ਮੈਨੂੰ ਪ੍ਰਸ਼ਾਦ ਵੀ ਫੜਾਇਆ, ਕਹਿੰਦੇ ਜਾ ਕੇ ਉਹਨੂੰ ਪ੍ਰਸ਼ਾਦ ਦੇ ਦਿਓ। ਉਹ ਹੈਰਾਨ ਹੋਏ ਵੀ ਘੋੜਾ ਵੀ ਕੋਲੇ ਸੀ, ਜਦੋਂ ਕਿ ਚਿਖਾ ਵੱਲ ਤੁਰ ਕੇ ਗਏ ਸੀਗੇ, ਘੋੜਾ ਲੈ ਕੇ ਨਹੀਂ ਗਏ। ਜਦ ਭੱਜ ਕੇ ਜਾ ਕੇ ਤਵੇਲੇ 'ਚ ਵੇਖਿਆ ਤੇ ਨੀਲਾ ਘੋੜਾ ਵੀ ਉੱਥੇ ਹੈ ਨਹੀਂ ਸੀਗਾ। ਇਹ ਕੰਮ ਕਰਨ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਭੁਲੇਖੇ ਦੇ ਨਾਲ ਕਹਿ ਦਿੱਤਾ, ਸਿੱਖੋ 5-7 ਘੋੜਿਆਂ ਤੇ ਕਾਠੀਆਂ ਪਾ ਦਿਓ, ਕਹੋ ਸਤਿਨਾਮ। ਪਰ ਬਾਕੀ ਘੋੜੇ ਉੱਥੇ ਖੜੇ ਸੀ, ਇਕੱਲਾ ਨੀਲਾ ਘੋੜਾ ਉਹਨਾਂ ਵਿੱਚ ਹੈ ਨਹੀਂ ਸੀ ਜਿਹਦੇ ਪਾਤਸ਼ਾਹ ਚੜ੍ਹਦੇ ਸੀ। ਫਿਰ ਤਸੱਲੀ ਹੋਈ ਵੀ ਹਾਂ ਅਲੋਪ ਹੋ ਗਏ। ਤਾਂ ਇਹ ਬਚਨ ਬਾਬੇ ਨਾਨਕ ਨੇ ਪਹਿਲਾਂ ਕਿਹਾ, ਕਹਿੰਦੇ ਅਲੋਪ ਹੋਵਾਂਗਾ ਰਾਜ ਦੇ, ਮਨ ਥਾਪੋਂ ਗੋਬਿੰਦ ਮੈਂ ਸਿੰਘਾਂ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ, ਔਰ ਪਰਮੇਸ਼ਰ ਦਾ ਰਾਜ ਮੈਂ ਖਾਲਸੇ ਨੂੰ ਦੇ ਕੇ, ਸਿੱਖਾਂ ਨੂੰ ਦੇ ਕੇ ਅਲੋਪ ਹੋ ਜਾਵਾਂਗਾ। ਬਚਨ ਪਾਲ ਨਹੀਂ ਸਕੇਂਗੇ ਬਹੁਤ ਪੜਿਓਂਗ ਜੰਗ। ਪਰ ਗੁਰੂ ਨਾਨਕ ਜੀ ਨੇ ਇਹ ਵੀ ਦੱਸ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸਿੰਘ ਜਿਹੜੇ ਮੇਰਾ ਬਚਨ ਨਹੀਂ ਪਾਲ ਸਕਣਗੇ, ਔਰ ਫਿਰ ਅਨੇਕਾਂ ਜੰਗਾਂ ਦੇ ਵਿੱਚੋਂ ਵੀ ਸਿੱਖਾਂ ਨੂੰ ਲੰਘਣਾ ਪੈਣਾ। ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ। ਔਰ ਪਾਤਸ਼ਾਹ ਜੀ ਕਹਿੰਦੇ ਫੇਰ ਖਾਲਸਾ ਸਾਜੂਗਾ ਜੋ ਪੰਜਾਬ ਦੇ ਵਿੱਚ ਹੋਵੇਗਾ। ਵਰਨ ਚਾਰਨ ਕਾ ਏਕ ਰੂਪ ਦੇਖ ਕਰੂ ਮੈਂ ਆਪ। ਔਰ ਜਿਹੜੀਆਂ ਬ੍ਰਾਹਮਣ ਨੇ 4 ਵਰਨਾਂ ਦੇ ਵਿੱਚ ਦੁਨੀਆ ਨੂੰ ਵੰਡ ਦਿੱਤਾ, ਇਹਨਾਂ ਚਾਰਾਂ ਨੂੰ ਮੈਂ ਇੱਕ ਕਰੂੰਗਾ। 4 ਵਰਨਾਂ ਦੇ ਲੋਕਾਂ ਨੂੰ ਇੱਕ ਰੂਪ ਖਾਲਸਾ ਬਣਾ ਦੇਵਾਂਗਾ। ਬਚਨ ਚਾਰ ਕੇ ਏਕ ਰੂਪ ਦੇਖ ਕਰੂ ਮੈਂ ਆਪ। ਔਰ ਮੈਂ ਆਪ ਇਹਨਾਂ ਨੂੰ ਇੱਕ ਰੂਪ, ਮਤਲਬ ਆਪਾਂ ਸਾਰੇ ਜਿਤਨੇ ਵੀ ਸਿੱਖ ਹੈ, ਸਾਡੀ ਕੋਈ ਜਾਤ ਪਾਤ ਨਹੀਂ ਹੈ, ਜਾਤ ਪਾਤ ਮੰਨਣੀ ਵੀ ਨਹੀਂ ਚਾਹੀਦੀ। ਜਿਸ ਨੇ ਅੰਮ੍ਰਿਤ ਛਕ ਲਿਆ ਉਹ ਗੁਰੂ ਕਾ ਸਿੰਘ ਹੈ। ਉਹਦੇ ਨਾਲ ਈਰਖਾ ਵਿਤਕਰਾ ਨੀਚ ਊਚ ਕਰਕੇ ਸਾਨੂੰ ਨਹੀਂ ਕਰਨਾ ਚਾਹੀਦਾ। ਤੇ ਗੁਰੂ ਸਾਹਿਬ ਨੇ ਵੀ ਕਿਹਾ ਹੈ, ਕਹਿੰਦੇ ਇਸ ਤਰ੍ਹਾਂ ਮੈਂ ਜਿਹੜੇ 4 ਵਰਨਾਂ ਵਿੱਚ ਲੋਕ ਪਾ ਦਿੱਤੇ, ਇਹਨਾਂ ਨੂੰ ਇੱਕ ਵਰਨ ਬਣਾ ਦੇਵਾਂਗਾ। ਬਾਜੇ ਵਿੱਚ ਹੋਸਨੀ ਲੂਟੇਂਗੇ ਲਾਹੌਰ। ਉਹ ਮੇਰਾ ਖਾਲਸਾ ਫਿਰ ਜਿਵੇਂ ਜਿਵੇਂ ਗੁਰੂ ਪਿਆਰਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਹੋਇਆ, ਮਾਝੇ ਨੂੰ ਕਹਿਣ ਲੱਗੇ ਸੋਧ ਕੇ ਫਿਰ ਲਾਹੌਰ ਦੇ ਵੱਲ ਵਧਣਗੇ। ਪੋਠੋ ਹਾਰ ਕੋ ਸੋਧ ਕੇ ਫਿਰ ਲੈਵੇਂਗੇ ਪਿਸ਼ੌਰ। ਔਰ ਪੋਠੋ ਹਾਰ ਪਿਸ਼ੌਰ ਇਹ ਸਾਰੇ ਦੇਸ਼ ਸ਼ਹਿਰ ਜਿਹੜੇ ਹੈ ਪਾਕਿਸਤਾਨ ਵਿੱਚ ਪੈਂਦੇ ਹਨ। ਚੌਕੀ ਅਟਕ ਬਹਾਲ ਕੇ ਖੋਲੇ ਖੈਬਰ ਤੰਗ। ਔਰ ਅਟਕ ਦੀ ਚੌਕੀ ਦੇ ਉੱਤੇ ਮੈਂ, ਅਟਕ ਵਿੱਚ ਚੌਕੀ ਬਿਠਾਉਣ ਦਾ ਮਤਲਬ ਹੈ ਉੱਥੇ ਮੇਰਾ ਇੱਕ ਚੌਕੀ ਹੋਵੇਗੀ, ਰਾਜ ਹੋਵੇਗਾ। ਉੱਥੇ ਅਟਕ ਦੀ ਚੌਕੀ ਬਿਠਾਲ ਕੇ ਜਿਹੜਾ ਖੈਬਰ ਤੰਗ ਹੈ, ਜਿੱਥੋਂ ਕਿ ਬਾਬਰ ਵਰਗੇ ਲੰਘ ਕੇ ਆਏ, ਮੁਗਲ ਲੋਕ ਆਏ, ਉਸ ਖੈਬਰ ਦੇ ਰਸਤੇ ਨੂੰ ਖੋਲੂੰਗਾ। ਜਲਾਲਾਬਾਦ ਕੋ ਜੀਤ ਕੇ ਕਾਬਲ ਹੋਸੀ ਜੰਗ। ਉਹਦੇ ਪਰਲੇ ਪਾਸੇ ਆ ਜਲਾਲਾਬਾਦ, ਕਾਬਲ ਆ ਰਹੀ, ਉੱਥੇ ਵੀ ਮੇਰਾ ਫਿਰ ਮੁਗਲਾਂ ਦੇ ਨਾਲ ਜੰਗ ਹੋਵੇਗਾ ਖਾਲਸੇ ਦਾ। ਕਾਬਲ ਰਾਜ ਬਹਾਲ ਕੇ ਗਜਨੀ ਕੋ ਫਿਰ ਲੇਹ। ਫਿਰ ਕਾਬਲ ਦੇ ਵਿੱਚ ਮੇਰੀ ਚੌਕੀ ਹੋਵੇਗੀ। ਫਿਰ ਗਜਨੀ ਦੇ ਵਿੱਚ ਜਿੱਥੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ, ਭਾਰਤ ਤੇ ਹਮਲਾ ਕਰਦਾ ਸੀ, ਜਿਸ ਨੇ 16-17 ਵਾਰ ਭਾਰਤ ਨੂੰ ਲੁੱਟਿਆ, ਪਰ ਜਦੋਂ ਖਾਲਸਾ ਪੈਦਾ ਹੋ ਗਿਆ ਫਿਰ ਖਾਲਸੇ ਨੇ ਇਹਦਾ ਨੱਕ ਮੋੜਿਆ ਸੀਗਾ। ਔਰ ਗੁਰੂ ਪਿਆਰਿਓ, ਇਸ ਨੂੰ ਜੰਗਲਾਂ ਦੇ ਵਿੱਚ ਲੁੱਟਿਆ ਜਾਂਦਾ। ਇਹ ਜੋ ਗੁਰੂ ਕਾ ਜੋ ਆਪਣਾ ਭਾਰਤ ਦਾ ਸਮਾਨ ਇਹ ਲੁੱਟ ਕੇ ਲਿਜਾਂਦਾ ਸੀ। ਮੰਦਿਰਾਂ ਦੇ ਵਿੱਚੋਂ ਇੱਕ ਵਾਰੀ ਮੰਦਿਰ ਦੀ ਕੋਈ ਮੂਰਤੀ ਟੁੱਟ ਗਈ, ਲੁੱਟਮਾਰ ਕਰਦਿਆਂ ਨਾ ਤੋਂ ਜੋ ਮੰਦਿਰ ਦੀ ਮੂਰਤੀ ਉਹ ਕਿਤੇ ਟੁੱਟ ਗਈ ਸੀ, ਉਹ ਵਿੱਚੋਂ ਖੋਖਲੀ, ਤੇ ਉਹਦੇ ਵਿੱਚ ਵੇਖਿਆ ਹੀਰੇ ਜਵਾਹਰ ਸੋਨਾ ਚਾਂਦੀ ਖਿੰਡ ਗਿਆ, ਜੋ ਪੰਡਤਾਂ ਨੇ ਬ੍ਰਾਹਮਣਾਂ ਨੇ ਇਕੱਠਾ ਕਰਕੇ ਉਹ 'ਚ ਰੱਖਿਆ ਹੋਇਆ ਸੀਗਾ। ਉਹ ਨਿਕਲਿਆ ਤੇ ਇਹਨਾਂ ਨੇ ਫਿਰ ਸਾਰੀਆਂ ਮੂਰਤੀਆਂ ਤੋੜਨੀਆਂ ਸ਼ੁਰੂ ਕਰਤੀਆਂ। ਉਹ ਸਮਾਨ ਲੁੱਟ ਕੇ ਲਿਜਾਂਦਾ ਸੀਗਾ। 16-17 ਵਾਰੀ ਭਾਰਤ ਨੂੰ ਲੁੱਟਿਆ, ਤੇ ਜਦੋਂ ਖਾਲਸੇ ਦਾ ਰਾਜ ਆਇਆ ਤੇ ਫਿਰ ਗੁਰੂ ਪਿਆਰਿਓ ਇਹਨਾਂ ਨੂੰ ਨੱਕ ਮੋੜਿਆ ਇਸ ਦੇ ਕੋਲੋਂ। ਫਿਰ ਗੁਰੂ ਪਿਆਰਿਓ ਸੋਮਨਾਥ ਮੰਦਿਰ ਦੇ ਚਾਂਦੀ ਦੇ ਦਰਵਾਜ਼ੇ ਸੀ, ਉਹ ਵੇ ਤੋਂ ਖੋਹ ਕੇ ਲਿਆਂਦੇ ਵਾਪਸ। ਇਹਨੂੰ ਮਾਝਾ ਨਹੀਂ ਟੱਪਣ ਦਿੰਦੇ ਸੀਗੇ। ਸਿੰਘ ਜੰਗਲਾਂ ਵਿੱਚ ਭਾਵੇਂ ਰਹਿੰਦੇ ਸੀਗੇ। ਇਹ ਰਾਤ ਨੂੰ ਸ਼ਰਾਬਾਂ ਪੀ ਕੇ ਜਸ਼ਨ ਮਨਾਉਂਦੇ, ਥੱਕ ਹਾਰ ਕੇ ਡਿੱਗ ਪੈਂਦੇ, ਔਰ ਲਗਭਗ 11-12 ਵਜੇ ਤੱਕ ਇਹ ਨਸ਼ੇ ਦੇ ਵਿੱਚ ਬੇਸੁੱਧ ਹੋ ਜਾਂਦੇ।
ਤੇ ਫਿਰ 12 ਵਜੇ ਖਾਲਸਾ ਹਮਲਾ ਕਰਦਾ, ਨਾਲੇ ਲੁੱਟ ਦਾ ਸਮਾਨ ਲੁੱਟ ਕੇ ਲਿਆਉਂਦਾ ਤੇ ਨਾਲੇ ਉਹਨਾਂ ਬੀਬੀਆਂ ਨੂੰ ਛੁਡਾ ਕੇ ਲਿਆਉਂਦਾ ਜਿਹੜੀਆਂ ਕਿ ਇਹ ਭਾਰਤ ਵਿੱਚੋਂ ਨੌਜਵਾਨ ਲੜਕੀਆਂ ਨੂੰ ਬੰਨ੍ਹ ਕੇ ਲੈ ਜਾਂਦੇ ਸੀ। ਖੈਰ ਮਨੋਬਿਰਤੀਆਂ ਉੱਥੋਂ ਰੱਖੀਏ, ਭਾਵੇਂ ਕਿ ਲੋਕ ਅੱਜ ਟੀਚਰਾਂ ਕਰਦੇ ਆ, ਖਾਲਸੇ ਨੂੰ ਕਹਿੰਦੇ ਆ ਤੁਹਾਡੇ 12 ਵੱਜ ਗਏ, ਪਰ ਜੇ ਖਾਲਸਾ ਰਾਤ ਦੇ 12 ਵਜੇ ਨਾ ਉੱਠਦਾ ਤੇ ਅੱਜ ਸੰਸਾਰ ਦਾ ਜਿਹੜਾ ਆਹ ਰੂਪ ਨਹੀਂ ਸੀ ਹੋਣਾ। ਇੱਥੇ ਗੁਰੂ ਪਿਆਰਿਓ ਮੁਗਲਾਂ ਦਾ ਰਾਜ ਹੋਣਾ ਸੀਗਾ। ਕੋਈ ਕਵੀ कहना है अब की कहूँ न जब की बात कहूँ मैं तब की, अगर ना होते गुरु गोबिंद सिंह सुन्नत होती सब की। ਇੱਥੇ ਸਭ ਮੁਸਲਮਾਨ ਹੀ ਮੁਸਲਮਾਨ ਹੋਣਾ ਸੀ, ਕੋਈ ਹਿੰਦੂ ਨਹੀਂ ਸੀ ਰਹਿਣਾ। ਇਸ ਕਰਕੇ ਗੁਰੂ ਪਿਆਰਿਓ ਪੁਰਾਣੇ ਸਮਿਆਂ ਵਿੱਚ ਹਿੰਦੂ ਲੋਕ ਵੀ ਕੇਸ ਰੱਖਦੇ ਸਨ। ਬੋਧੀ ਰੱਖਣ ਦਾ ਕਾਰਨ ਹੀ ਇਹਨਾਂ ਦਾ ਇਹ ਸੀਗਾ, ਉਹਨਾਂ ਤੋਂ ਬਚਣ ਵਾਸਤੇ ਉਹਨਾਂ ਨੇ ਆਪਣੇ ਕੇਸ ਕਟਾਤੇ, ਪਰ ਵਿਚਾਲੇ ਬੋਧੀ ਇਸ ਕਰਕੇ ਰੱਖ ਲਈ ਕਿ ਸਾਡੀ ਨਿਸ਼ਾਨੀ ਰਵੇ ਕਿ ਅਸੀਂ ਪਹਿਲਾਂ ਹਿੰਦੂ ਸੀ, ਕਹੋ ਸਤਿਨਾਮ, ਫਿਰ ਕਦੇ ਸਾਡਾ ਮੇਲ ਮਿਲਾਪ ਹੋ ਜਾਵੇ ਜੇ। ਇਸ ਕਰਕੇ ਮਨੋਬਿਰਤੀਆਂ ਉੱਥੇ ਰੱਖੀਏ ਤੇ ਖਾਲਸੇ ਨੂੰ ਤਾਂ ਹਮੇਸ਼ਾ ਹੀ ਕੇਸ ਰੱਖਣ ਦਾ ਹੁਕਮ ਦਿੱਤਾ, ਭਾਵੇਂ ਕੁਛ ਵੀ ਹੋਵੇ। ਖਾਲਸਾ ਆਪਣੀ ਗੁਰ ਦੀ ਨਿਸ਼ਾਨੀ ਮੋਹਰ ਨੂੰ ਕਦੇ ਨਹੀਂ ਕਟਾਉਂਦਾ। ਮਨੋਬਿਰਤੀਆਂ ਉੱਥੇ ਰੱਖੀਏ। ਪ੍ਰੀਤਮ ਜੀ ਕਹਿੰਦੇ ਫਿਰ ਮੈਂ ਗਜਨੀ ਨੂੰ ਲੁੱਟਾਂਗਾ। ਮੁਲਕ ਹਜ਼ਾਰਾ ਸੋਧ ਕੇ ਕੰਧਾਰ ਕੂਚ ਕਰੇ। ਤਖਤ ਹਜ਼ਾਰਾ ਜਿੱਥੋਂ ਦਾ ਉਹ ਰਾਂਝਾ ਹੋਇਆ, ਉਹ ਤਖਤ ਹਜ਼ਾਰਾ ਉਹ ਵੀ ਉਧਰ ਪਾਕਿਸਤਾਨ ਵਿੱਚ ਹੀ ਰਹਿ ਗਿਆ ਹੈ। ਉਸ ਹਜ਼ਾਰੇ ਮੁਲਕ ਨੂੰ ਲੁੱਟ ਕੇ ਤੇ ਫਿਰ ਬਲਕ ਬੁਖਾਰਾ ਸਾਧ ਕੇ ਫਿਰ ਲੈਵੇ ਸਿੰਧ ਬਿਲੋਚ। ਹਜ਼ਾਰੇ ਨੂੰ ਕਾਬਲ ਕੰਧਾਰ ਨੂੰ ਕੂਚ ਕਰਾਂਗੇ, ਫਿਰ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰਾਂਗੇ। ਭਾਵ ਇੱਥੋਂ ਤੱਕ ਖਾਲਸੇ ਦਾ ਰਾਜ ਹੋ ਚੁੱਕਿਆ ਇੱਕ ਵਾਰੀ ਰਣਜੀਤ ਸਿੰਘ ਜੀ ਦਾ, ਤੇ ਦੁਬਾਰਾ ਫਿਰ ਹੋਣਾ ਹੈ, ਕਿਉਂਕਿ ਸਮਾਂ ਜਿਹੜਾ ਹੈ ਇਹ ਆਪਣੇ ਚੱਕਰ ਤੇ ਚੱਲਦਾ ਰਹਿੰਦਾ, ਘੁੰਮ ਕੇ ਸਮਾਂ ਫਿਰ ਉਹੀ ਆ ਜਾਂਦਾ। ਕੋ ਸਤਿਨਾਮ, ਫਿਰ ਹੋਣਾ ਹੈ। ਔਰ ਹੋਣ ਵਾਲੇ ਸਮੇਂ ਦੀਆਂ ਗੱਲਾਂ ਵੀ ਇਹਦੇ ਵਿੱਚ ਅੱਗੇ ਪ੍ਰੀਤਮ ਲਿਖਦੇ ਨੇ। ਫਿਰ ਬਲਖ ਬਖਾਰਾ ਬਗਦਾਦ ਆਦਿ ਇਹਨਾਂ ਨੂੰ ਸੋਧ ਕੇ ਉਨ ਮੁਲਕੋਂ ਕੋ ਜੀਤ ਕੇ ਜ਼ਬਤ ਕਰੇ ਸਭ ਲੋਗ। ਔਰ ਇਹਨਾਂ ਮੁਲਕਾਂ ਨੂੰ ਖਾਲਸੇ ਰਾਜ ਦੇ ਵਿੱਚ ਤਬਦੀਲ ਕਰਕੇ ਸਾਰੇ ਫਿਰ ਪਰਮੇਸ਼ਰ ਦਾ ਨਾਮ ਜਪਣਗੇ, ਕਿਉਂਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। जब खालसे का राज होवेगा कोई दुखी नहीं होवेगा। मक्का मदीना रूम को मरहट्टा भील फरंग। मक्का मदीना मरहट्टा भील फिरंग फिरंगी भाव अंग्रेज आदि। दखन पूर्व हिंद के जीत करेंगे जंग। इन्हां सारियां नूं जित करके खालसा फिर दिल्ली तख्त पर बहेगी आप गुरु की फौज। और दिल्ली राजधानी दिल्ली जेड़ी है फिर खालसे दा राज होवेगा। दिल्ली तख्त ते आप खालसा बैठेगा और साडे कोल निशानियां खालसा राज दियां जो तख्ते तौज जी दे उत्ते बैठ के शाहजहां वर्गे औरंगजेब वर्गे गुरु प्यारिओ अगले मुगल राजे दा टिक्का करदे सी, तिलक राज करदे सीगे। ओ तख्ते तौस गुरु प्यारिओ गुरु के सिंघां ने हाथी दे मगर बन के लिया के हरमंदर साहब रखिया होया। को सतनाम ਉਹ ਮੋਟਾ ਪੱਥਰ ਹੈ ਜਿਸ ਦੇ ਉੱਪਰ ਬੈਠ ਕੇ ਰਾਜੇ ਤਿਲਕ ਦਿੰਦੇ ਸੀ ਅਗਲੇ ਨਵੇਂ ਰਾਜੇ ਨੂੰ। ਤਖਤੇ ਤੌਸ ਕਹਿੰਦੇ ਆ ਇਹ ਲੋਕ। ਉਹ ਸਿੰਘਾਂ ਨੇ ਫਿਰ ਉੱਥੋਂ ਖਿੱਚ ਕੇ ਲਿਆ ਕੇ ਹਰਮੰਦਰ ਸਾਹਿਬ ਰੱਖਿਆ, ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੋ ਵੀ ਪ੍ਰਾਪਤੀ ਕਰਦਾ ਉਹਦਾ ਸਿਹਰਾ ਗੁਰੂ ਨੂੰ ਦਿੰਦਾ ਹੈ। ਉਹ ਚਾਂਦੀ ਦੇ ਦਰਵਾਜ਼ੇ ਵੀ ਉੱਥੇ ਆ ਔਰ ਤਖਤੇ ਤੌਸ ਪੱਥਰ ਵੀ ਉੱਥੇ ਆ। प्रीतम जी कहते छतर झूलेगा शीस पर बड़ी करेगी मौज। और जदों खालसा फौज तख्त ते बैठेगी सिर ते छतर झूलेगा फिर खालसा भी मौज करेगा और खालसे दे राज भी जनता भी मौज करेगी। ओदे अस्त लो हम ही है अवर न रहसी कोई। हाँ इत्थे हम ही है, हम ही हैं भाव इहदे विच हंकार नहीं है कोई। चढ़दे तो छिपदे तक हम ही खालसे दा राज होवेगा, होर कोई जेड़ा है जुल्म करने वाला नहीं बचेगा। सच्चे साहब दे राज विच सतयुग होसी आन। तो फिर सरयुग आ जाना। एक बारी रणजीत सिंह दे राज भी सरयुग आया है, लोग याद करते रणजीत सिंह दे राज नूं, पर अगे खालसा राज होवेगा उदों भी ये कलयुग खत्म होवेगा ते सरयुग आवेगा। आज्ञा चले पंथ दे खाए न जम की बान। तो जेड़ा खालसा पंथ दे अनुसार चलेगा। हुण बहुत सारे लोग एंटी होए होए आ खालसे दे और गुरु प्यारो जान बुझ के शरारती लोग बार बार गुरु घरां में जा करके बेअदबियां करन दियां कोशिशां करदे आ और बेअदबियां करदे आ। ये सब दुखी होणगे, अपनी कीती पाउणगे।
ਪਰ ਜਿਹੜਾ ਖਾਲਸਾ ਰਾਜ ਦੇ ਵਿੱਚ ਖਾਲਸੇ ਦੇ ਮੁਤਾਬਕ ਚੱਲੇਗਾ ਉਹ ਸੁਖੀ ਵਸੇਗਾ। ਫੌਜ ਫਿਰੇ ਅਕਾਲ ਦੀ ਮੱਕੜੀ ਨਿਆਈ ਹੋਏ। ਤਾਂ ਜਿਹਨੂੰ ਗੁਰੂ ਪਿਆਰਿਓ 96 ਕਰੋੜੀ ਖਾਲਸਾ ਕਹਿੰਦੇ ਆ, ਜਦੋਂ 96 ਕਰੋੜ ਖਾਲਸਾ ਹੋ ਗਿਆ ਨਿਹੰਗ ਸਿੰਘ ਆਦਿ, ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਖਾਲਸਾ ਰਾਜ ਹੋ ਜਾਣਾ ਹੈ। ਹੁਣ 96 ਕਰੋੜ ਜੇ ਅਸੀਂ ਭਾਰਤ ਵਿੱਚ ਕਹੀਏ ਤਾਂ ਜਿਵੇਂ ਲੋਕ ਕਹਿੰਦੇ ਆ ਕਿ ਇਹ ਘੱਟ ਗਿਣਤੀ ਲੋਕ ਹਨ, ਕਈ ਵਾਰੀ ਸਿੱਖਾਂ ਨੂੰ 2% ਕਿਹਾ ਜਾਂਦਾ ਹੈ, ਪਰ 2% ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਇਸ ਭਾਰਤ ਨੂੰ ਬਚਾਉਣ ਵਾਸਤੇ ਉਹ 98% ਹੈ, 99% ਹੈ। ਤੇ ਜਿਹੜੇ 98-99% ਹੈ ਉਹਨਾਂ ਦੀਆਂ ਕੋਈ ਕੁਰਬਾਨੀਆਂ ਜਿਹੜੀਆਂ 2% ਵੀ ਨਹੀਂ। ਖੈਰ ਮਨੋਬਿਰਤੀਆਂ ਉੱਥੇ ਰੱਖੀਏ, ਫਿਰ ਜੇ 2% ਹੈ ਫਿਰ ਗੁਰੂ ਪਿਆਰੋ 96 ਕਰੋੜੀ ਖਾਲਸਾ ਕਿਵੇਂ ਬਣੇਗਾ? ਤਾਂ ਨਿਗਾਹ ਮਾਰ ਲਓ ਬਾਹਰਲੇ ਦੇਸ਼ਾਂ ਦੇ ਵਿੱਚ, ਉੱਥੇ ਜਿਹੜਾ ਖਾਲਸਾ ਸੱਜ ਰਿਹਾ ਹੈ ਉਹ ਵੀ ਗੁਰੂ ਕਾ ਖਾਲਸਾ ਹੀ ਹੈ, ਉਹ ਵੀ ਇਸੇ ਗਿਣਤੀ 'ਚ ਆਵੇਗਾ। ਸਮਾਂ ਆਵੇਗਾ ਤੇ ਫੌਜ ਕਿੰਨੀ ਹੋਵੇਗੀ? ਚੜੇ ਫੌਜ ਅਕਾਲ ਕੀ ਮੱਕੜੀ ਨਿਆਈ ਹੋਏ। ਕੀੜੀਆਂ ਦਾ ਜਿਵੇਂ ਦਲ ਚੱਲਦਾ, ਮੱਕੜੀਆਂ ਦਾ ਦਲ ਚੱਲਦਾ, ਭਾਵ ਇੰਨੀ ਫੌਜ ਜਦ ਬਣ ਜਾਵੇਗੀ। ਨੀਲਾ ਬਾਣਾ ਪਹਿਨ ਕੇ ਅਵਰ ਨ ਦਿਸੇ ਕੋਏ। ਔਰ ਖਾਲਸਾ ਫੌਜ ਦਾ ਜਿਹੜਾ ਬਾਣਾ ਹੈ ਉਹ ਨੀਲਾ ਹੋਵੇਗਾ, ਔਰ ਨੀਲਾ ਹੀ ਨੀਲਾ ਦਿਖਾਈ ਦੇਵੇਗਾ। ਸੁਣੋ ਕਾਜੀ ਰੁਕਨ ਦੀਨਾ ਸਿੰਘ ਕरेंगे ਰਾਜ। ਸੋ ਕਾਜੀ ਰੁਕਨ ਦੀਨ ਇੱਕ ਦਿਨ ਸਮਾਂ ਆਵੇਗਾ ਕਿ ਸਿੰਘਾਂ ਦਾ ਰਾਜ ਹੋਵੇਗਾ, ਖਾਲਸਾ ਰਾਜ ਹੋਵੇਗਾ। ਦੇਖੋ ਇਹ ਗੱਲਾਂ ਬਾਬੇ ਨਾਨਕ ਨੇ ਮੱਕੇ ਦੇ ਵਿੱਚ ਜਾ ਕੇ ਕਾਜ਼ੀਆਂ ਨਾਲ ਸੰਬੋਧਨ ਹੋ ਕੇ ਕੀਤੀਆਂ, ਤੇ ਉਦੋਂ ਪਹਿਲਾਂ ਜਿਹੜਾ ਸ਼ਬਦ ਗਾਇਆ ਪ੍ਰਕਰਮਾਂ ਦੇ ਬਾਹਰਲੇ ਪਾਸੇ ਬੈਠ ਕੇ, ਵਿਚਾਲੇ ਮੱਕਾ ਉਹ ਕਾਲੇ ਰੰਗ ਦੀ ਬਿਲਡਿੰਗ, ਉਹਦੇ 4 ਚੁਫੇਰੇ ਪ੍ਰਕਰਮ ਹੈ, ਉਹਦੇ ਬਾਹਰਲੇ ਪਾਸੇ ਇੱਕ ਬਾਉਂਡਰੀ ਆ, ਕੰਧ ਹੈ ਉੱਚੀ, ਉਸ ਕੰਧ ਦੇ ਬਾਹਰਲੇ ਪਾਸੇ ਮੇਰੇ ਪ੍ਰੀਤਮ ਬੈਠੇ ਆ, ਉੱਥੇ ਸ਼ਬਦ ਗਾਇਆ ਜਿਹੜਾ ਆਪਾਂ ਪਿਛਲੇ ਦਿਨੀ ਸਰਵਣ ਕੀਤਾ। ਉਹ ਸ਼ਬਦ ਵੀ ਇਸ ਤਰ੍ਹਾਂ ਦਾ ਹੈ ਕਿ ਦੇਖੋ ਮਹਾਰਾਜ ਕੈਸਾ ਸਮਾਂ ਆ ਗਿਆ, ਤੁਹਾਨੂੰ ਕੌਣ ਕਹੇ ਇੰਜ ਨਹੀਂ ਤੇ ਇੰਜ ਕਰ, ਪਰ ਇਹ ਨਾਨਕ ਨੂੰ ਥੋੜਾ ਸਮਾਂ ਦਿਓ ਤਾਂ ਸਾਰੀ ਦੁਨੀਆ ਵਿੱਚ ਤੇਰਾ ਨਾਮ ਜਪੇਗੀ ਦੁਨੀਆ ਕੋ ਸਤਨਾਮ। ਆਪਾਂ ਪਹਿਲਾ ਸ਼ਬਦ ਸਰਵਣ ਕੀਤਾ ਜਦੋਂ ਪਾਤਸ਼ਾਹ ਮੱਕੇ ਪਹੁੰਚ ਕੇ ਬਾਉਂਡਰੀ ਦੇ ਬਾਹਰ ਬੈਠਦੇ ਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸੁਣੋ ਕਾਜੀ ਰੁਕਨ ਦੀਨ ਸਿੰਘ करेंगे ਰਾਜ। ਵਿਦੇਸ਼ ਸੇਖ ਖੱਪ ਜਾਏਂਗੇ ਪੀਰ ਮੁਰੀਦ ਸੁਹਾਬ। ਤਾਂ ਸਾਰੇ ਖਾਲਸਾ ਹੀ ਖਾਲਸਾ ਹੋਵੇਗਾ। ਮਲੇਸ਼ ਤੋਂ ਮਤਲਬ ਨਹੀਂ ਕਿ ਮੁਸਲਮਾਨ ਖਤਮ ਹੋ ਜਾਣਗੇ। ਮਲੇਸ਼ ਹੁੰਦਾ ਮਾੜੀ ਸੋਚ ਵਾਲਾ, ਤੇ ਕਾਫਰ ਵੀ ਮਾੜੀ ਸੋਚ ਵਾਲੇ ਹਿੰਦੂ ਨੂੰ ਹੀ ਕਿਹਾ, ਮੁਸਲਮਾਨਾਂ ਨੇ। ਉਹਨਾਂ ਨੇ ਇਹਨਾਂ ਨੂੰ ਕਾਫਰ ਕਿਹਾ, ਇਹਨਾਂ ਨੇ ਉਹਨਾਂ ਨੂੰ ਮਲੇਸ਼ ਕਿਹਾ। ਮਲ ਪਲਸ ਇੱਛਾ, ਗੰਦੀ ਸੋਚ ਰੱਖਣ ਦੇ ਚਾਹਵਾਨ, ਉਹ ਮਲੇਸ਼ ਹੈ। ਤਾਂ ਮਤਲਬ ਜ਼ੁਲਮ ਕਰਨ ਵਾਲੇ ਸਭ ਖਤਮ ਹੋ ਜਾਣਗੇ, ਮਲੇਸ਼ ਆਦि। और फिर एको नाम सब जपेंगे तब ਵੇਖਣ ਆਵੇ ਆਪ। और फिर सारी दुनिया ਵਿੱਚ परमेश्वर ਦਾ ਇੱਕ ਨਾਮ ਜਪਿਆ ਜਾਵੇਗਾ। ਪਰਮੇਸ਼ਰ ਵੀ ਫਿਰ ਅਗਲਾ ਰੂਪ ਜਿਸ ਨੂੰ ਅਸੀਂ 24ਵਾਂ ਅਵਤਾਰ ਵੀ ਕਹਿ ਦਿੰਦੇ ਆ, ਨੇ ਕਲੰਕ ਵੀ ਕਹਿ ਦਿੰਦੇ ਹਨ। ਭਲ ਭਾਗ ਭਇਓ ਸੰਭਲ ਕੋ ਹਰਜੂ ਹਰ ਮੰਦਰ ਆਵਾਂਗੇ। ਇਹ ਵੀ 10ਵੇਂ ਪਾਤਸ਼ਾਹ ਜੀ ਦੀ ਬਾਣੀ 10ਮ ਗ੍ਰੰਥ ਵਿੱਚ ਰਚੀ ਹੋਈ ਹੈ ਗੁਰੂ ਪਿਆਰਿਓ। ਐਸਾ ਵੀ ਸਮਾਂ ਆਵੇਗਾ, ਫਿਰ ਪਰਮੇਸ਼ਰ ਆਪ ਆਵੇਗਾ ਵੇਖਣ ਵਾਸਤੇ। ਬੇਈਮਾਨ ਕੁਸਮਤੀ ਦੇਖ ਨਾ ਸਕੇ ਪ੍ਰਤਾਪ। ਹਾਂ ਖਾਲਸੇ ਦਾ ਤਾਂ ਪ੍ਰਤਾਪ ਰਾਜ ਤੋਂ ਬਗੈਰ ਨਹੀਂ ਵੇਖਿਆ ਜਾਂਦਾ ਇਹਨਾਂ ਲੋਕਾਂ ਤੋਂ। ਜਦ ਖਾਲਸੇ ਦਾ ਰਾਜ ਹੋਵੇਗਾ ਫਿਰ ਇਹਨਾਂ ਨੂੰ ਕਿੱਥੇ ਝੱਲਿਆ ਜਾਣਾ। ਕੋ ਸ੍ਰੀ ਵਾਹਿਗੁਰੂ। ਖਾਲਸਾ ਮਾੜੀ ਜੀ ਗੁਰੂ ਪਿਆਰੋ ਤਿਆਰੀ ਕਰਦਾ ਰਾਜ ਵੱਲੇ ਪੈਰ ਵਧਾਉਣ ਦੀ, ਜਾਂ ਖਾਲਸਾ ਚੜ੍ਹਦੀ ਕਲਾ ਦੀ ਗੱਲ ਕਰਦਾ, ਜਾਂ ਖਾਲਸਾ ਅੰਮ੍ਰਿਤ ਛਕਣ ਛਕਾਉਣ ਦੀ ਗੱਲ ਹੀ ਕਰਦਾ। ਇਹਨਾਂ ਤੋਂ ਉਹ ਵੀ ਨਹੀਂ ਝੱਲਿਆ ਜਾਂਦਾ ਵੀ ਹੈ। ਜੇ ਸਾਰੇ ਲੋਕ ਹੀ ਅੰਮ੍ਰਿਤ ਛਕਣ ਲੱਗ ਪਏ ਫਿਰ ਤਾਂ ਖਾਲਸਾ ਰਾਜ ਬਣ ਗਿਆ, ਤਾਂ ਬਣ ਕੇ ਹੀ ਰਹਿਣਾ। ਇਹਨੂੰ ਕਿੰਨਾ ਚਿਰ ਕੋਈ ਰੋਕ ਕੇ ਰੱਖੇਗਾ। ਕੋ ਸਤਨਾਮ। ਔਰ ਖਾਲਸਾ ਰਾਜ ਸਭ ਦੇ ਭਲੇ ਵਾਸਤੇ ਹੋਵੇਗਾ, ਚੰਗੇ ਮਨੁੱਖਾਂ ਦਾ ਰਾਜ ਹੋਵੇਗਾ, ਗੁਰੂ ਕੇ ਸਿੰਘਾਂ ਦਾ ਰਾਜ ਹੋਵੇਗਾ। ਗੁਰੂ ਕੇ ਖਾਲਸੇ ਰਾਜ ਦੇ ਵਿੱਚ ਗੁਰੂ ਪਿਆਰੋ ਸਾਰੇ ਸੁਖੀ ਹੋਣਗੇ। ਜਦ ਅੱਜ ਅਸੀਂ ਬਿਨਾਂ ਰਾਜ ਤੋਂ ਲੰਗਰ ਲਾ ਕੇ ਕਰੋਨਾ ਵਰਗੀਆਂ ਬਿਮਾਰੀਆਂ ਵੇਲੇ ਜਾਂ ਹੋਰ ਆਫਤਾਂ ਵੇਲੇ ਜਨਤਾ ਨੂੰ ਸੰਭਾਲ ਸਕਦੇ ਹਾਂ, ਤੇ ਫਿਰ ਰਾਜ ਵੇਲੇ ਨਹੀਂ ਸੰਭਾਲਾਂਗੇ। ਗੁਰੂ ਕਿਰਪਾ ਕਰਨ ਐਸਾ ਸਮਾਂ ਆਵੇਗਾ ਜਿਹੜਾ ਬਾਬੇ ਨਾਨਕ ਨੇ ਕਿੰਨਾ ਚਿਰ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਹੈ। ਕੀ ਕਹਿੰਦੇ ਸੀਗੇ? ਏਕ ਨਾਮ ਸਭ ਜਪਾਂਗੇ ਦੇਖਣ ਆਵੇ ਆਪ, ਪਰ ਬੇਈਮਾਨ ਖੁਸ਼ਾਮਦੀ
ਦੇਖ ਨਾ ਸਕੇ ਪ੍ਰਤਾਪ, ਖਾਲਸੇ ਰਾਜ ਦਾ ਪ੍ਰਤਾਪ ਝੱਲ ਨਹੀਂ ਸਕਣਗੇ। रैयत होए सब मिलेंगी सूबे थापे आप। ਔਰ ਫਿਰ ਆਪ ਪਰਮੇਸ਼ਰ ਮਾਤ ਲੋਕ ਦੇ ਵਿੱਚ ਆਵੇਗਾ ਅਗਲਾ ਰੂਪ ਧਾਰ ਕੇ, ਆਪ ਨਵੇਂ ਸੂਬੇ ਥਾਪੇਗਾ, ਸੂਬੇਦਾਰ ਥਾਪੇਗਾ ਔਰ ਸਾਰੀ ਰਈਅਤ ਜਨਤਾ ਸੁਖੀ ਵਸੇਗੀ। ਧਰਤੀ ਦੇਵੇ ਅੰਨ ਧਨ ਪਰਬਤ ਦੇਂਗੇ ਲਾਲ। ਜਦੋਂ ਗੁਰੂ ਪਿਆਰਿਓ ਧਰਤੀ ਤੋਂ ਪਾਪ ਖਤਮ ਹੋ ਗਿਆ ਨਾ, ਕਿ ਜਿਹੜੀਆਂ ਫਸਲਾਂ ਹੈ, ਇਹ ਵੱਧ ਨਿਕਲਣਗੀਆਂ। ਕਹੋ ਸਤਨਾਮ ਸੀ। ਇਹ ਯਾਦ ਰੱਖਿਓ, ਧਰਤੀ ਵੀ ਉਦੋਂ ਖੁਸ਼ ਹੋ ਜਾਂਦੀ ਹੈ। ਧਰਤੀ ਦੀਆਂ ਫਸਲਾਂ ਜਿਹੜੀਆਂ 40 ਮਣੀਆਂ ਉਹ 100 ਮਣੀਆਂ, 50 ਮਣੀਆਂ, 60 ਮਣੀਆਂ ਨਿਕਲਣਗੀਆਂ। ਔਰ ਜਿਹੜੇ ਫਲ ਫੁੱਲ ਦੇ ਦਰਖਤ ਹੈ ਉਹਨਾਂ ਨੂੰ ਫਲ ਵੀ ਦੁੱਗਣੇ ਲੱਗਣਗੇ। ਇਹ ਯਾਦ ਰੱਖਿਓ, ਇਹ ਸਮਾਂ ਹੁੰਦਾ ਹੈਗਾ। ਕਈ ਵਾਰੀ ਆਪਾਂ ਜ਼ਿਮੀਂਦਾਰਾਂ ਤੋਂ ਗੱਲਾਂ ਕਰਦਿਆਂ ਸੁਣਿਆ ਐਤਕੀ ਚੰਗਾ ਸਮਾਂ ਲੱਗਿਆ, ਤੇ ਜਦੋਂ ਖਾਲਸਾ ਰਾਜ ਹੋਵੇਗਾ ਨਾ, ਇਹ ਉਹਦੀਆਂ ਨਿਸ਼ਾਨੀਆਂ ਹੋਣਗੀਆਂ। ਕੀ ਕਹਿੰਦੇ ਸੀ? ਧਰਤੀ ਦੇਵੈ ਮੇਵੇ ਸਭ ਤਰ ਦੇਂਗੇ ਵੇਖੇ ਆਪ ਅਕਾਲ। ਧਰਤੀ ਦੇਵੈ ਅੰਨ ਬਹੁ, ਧਰਤੀ ਅੰਨ ਦੇਊਗੀ, ਭਾਵ ਫਸਲਾਂ ਬਹੁਤ ਹੋਣਗੀਆਂ। ਇਸ ਸਮੇਂ ਦਾ ਨਿਸ਼ਾਨੀਆਂ ਲੱਛਣ ਹੋਣਗੇ ਜਦੋਂ ਖਾਲਸਾ ਰਾਜ ਹੋਵੇਗਾ। ਧਰਤੀ ਦੇਵੇ ਅੰਨ ਧਨ ਬਹੁ ਦੇਵੇ। ਔਰ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਜਿਹੜੇ ਤਰਵਰ ਦਰਖਤ ਹੁੰਦੇ ਹਨ ਉਹ ਦੇਂਗੇ ਲਾਲ। ਤਰਵਰ ਦਰਖਤ ਫਲ ਦੇਣਗੇ ਔਰ ਪਹਾੜਾਂ ਦੇ ਵਿੱਚੋਂ ਪੱਥਰਾਂ ਦੀ ਬਜਾਏ ਹੀਰੇ ਜਵਾਹਰਾਤ ਲਾਲ ਨਿਕਲਣਗੇ। ਮੇਵੇ ਸਭ ਤਰ ਦੇਂਗੇ ਵੇਖੇ ਆਪ ਅਕਾਲ। ਔਰ ਦਰਖਤਾਂ ਨੂੰ ਫਲ ਬਹੁਤ ਲੱਗੇਗਾ, ਪਰਮੇਸ਼ਰ ਦੇਖੇਗਾ। ਵਾਹਿਗੁਰੂ ਸਭ ਜਪेंगे ਮੁਕਤ ਆਪਣੀ ਜਾਨ। ਔਰ ਫਿਰ ਜਿਹੜੀ ਦੁਨੀਆ ਹੈ ਸਾਰੀ ਉਹ ਵਾਹਿਗੁਰੂ ਵਾਹਿਗੁਰੂ ਜਪੇਗੀ। ਧਰਮਸਾਲ ਬੋ ਹੋਏਗੇ ਛਪੇ ਮਸੀਤ ਕੁਰਾਨ। ਔਰ ਸੰਸਾਰ ਦੇ ਵਿੱਚ ਧਰਮਸ਼ਾਲ ਬਹੁਤ ਹੋਵੇਗੀ। ਧਰਮਸ਼ਾਲ ਜਿਹਨੂੰ ਅਸੀਂ ਗੁਰੂ ਘਰ ਕਹਿੰਦੇ ਆ। ਅੱਜ ਗੁਰੂ ਘਰ ਸਾਰੇ ਦੇਸ਼ਾਂ ਦੇ ਵਿੱਚ ਬਣ ਰਿਹਾ ਹੈ ਔਰ ਸਾਰੇ ਥਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਹੁੰਚ ਕਰਕੇ ਸੰਸਾਰ ਨੂੰ ਤਾਰ ਰਹੇ ਨੇ। ਔਰ ਹਜੇ ਕੁਝ ਵੀ ਨਹੀਂ, ਸਮਾਂ ਆਉਣ ਵਾਲਾ ਹੈ। ਕਹਿੰਦੇ ਸਾਰੇ ਇਸ ਤਰ੍ਹਾਂ ਦੀ ਧਰਮਸ਼ਾਲ ਭਾਵ ਗੁਰੂ ਘਰ ਹੋਵੇਗਾ ਔਰ ਸਾਰੇ ਨਾਮ ਜਪਣਗੇ। ਪ੍ਰਗਟ ਹੋਏ ਆਪ ਪ੍ਰਭੂ ਹਰ ਮੰਦਰ में ਆਏ। ਕਹਾਂ ਗੁਰੂ ਪਿਆਰਿਓ ਕਸ਼ਮੀਰ ਅਰ ਤਿੱਬਤ ਨਾਮ ਕਹਾਵੇ ਵਾਹਿਗੁਰੂ ਸਿੰਘ ਮਿਲੇ ਤਬ ਤਾਏ। ਤਾਂ ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਫਿਰ ਕੀ ਹੋਵੇਗਾ? ਕਸ਼ਮੀਰ, ਤਿੱਬਤ, ਖੈਬਰ, ਜੋਗ, ਇਰਾਨਾ, ਗਿਲਜਿਓਂ, ਇਹ ਸਾਰੇ ਜਿਹੜੇ ਹਨ ਉਸ ਵੇਲੇ ਫਿਰ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਖਾਲਸੇ ਦੇ ਰਾਜ ਵਿੱਚ ਆ ਜਾਣਗੇ। ਕਾਬਲ ਕੰਧਾਰ ਵਰਗੇ ਸੱਚਾ ਪੁਰਖ ਕਾਇ ਕੇ ਦਿੱਲੀ ਬੈਠਾ ਆਏ। ਪ੍ਰਗਟ ਹੋਏਗਾ ਆਪਰਾ ਪਰਮੇਸ਼ਰ ਹਰਮੰਦਰ ਮੈਂ ਆਣ। ਇਹ ਹੁਣ ਉਸ ਸਮੇਂ ਦੀ ਗਰਭ ਦੇ ਵਿੱਚ ਹੈ। ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਕਦੋਂ ਇਹ ਗੱਲ ਬਣਨੀ ਆ, ਪਰ ਹੋਊਗਾ ਜ਼ਰੂਰ, ਕਿਉਂਕਿ ਬਚਨ ਬਾਬੇ ਨਾਨਕ ਦੇ ਮੁਖ ਚੋਂ ਨਿਕਲੇ ਹੋਏ ਨੇ। ਜਦੋਂ ਸੱਚਾ ਪੁਰਖ ਅਕਾਲ ਪੁਰਖ ਜਦੋਂ ਪ੍ਰਗਟ ਹੋਵੇਗਾ, ਭਾਵੇਂ ਕਿਤੇ ਵੀ ਉਹ ਪ੍ਰਗਟ ਹੋਵੇ, ਪਰ ਪ੍ਰਗਟ ਹੋਣ ਦਾ ਸਥਾਨ ਉਹਦਾ ਹਰਮੰਦਰ ਸਾਹਿਬ ਹੀ ਲਿਖਿਆ। ਪ੍ਰਗਟ ਹੋਏਗਾ ਆਪ ਪ੍ਰਭ ਹਰਮੰਦਰ ਮੈਂ ਆਏ। ਨਾਮ ਕਹਾਵੇ ਵਾਹਿਗੁਰੂ, ਉਹਦਾ ਨਾਮ ਵਾਹਿਗੁਰੂ ਹੋਵੇਗਾ ਔਰ ਦੁਨੀਆ ਨੂੰ ਵਾਹਿਗੁਰੂ ਹੀ ਜਪਾਵੇਗਾ। ਨਾਮ ਕਹਾਵੇ ਵਾਹਿਗੁਰੂ ਸਿੰਘ ਮਿਲੇ ਸਭ ਆਏ। ਔਰ ਸਾਰੇ ਸੰਸਾਰ ਭਰ ਦੇ ਜਿੱਥੇ ਜਿੱਥੇ ਵੀ ਖਾਲਸਾ ਸਿੱਖ ਹੋਵੇਗਾ, ਸਿੰਘ ਹੋਵੇਗਾ, ਉਹ ਸਾਰੇ ਉਹਦੇ ਆ ਕੇ ਮਿਲਣਗੇ, ਉਹਦੇ ਨਾਲ ਇਕੱਠੇ ਹੋ ਜਾਣਗੇ ਇੱਕਦਮ। ਸੱਚਾ ਪੁਰਖ ਖਾਇ ਕੈ ਦਿੱਲੀ ਬੈਠਾ ਆਏ। ਔਰ ਫਿਰ ਉਹ ਰਾਜ ਕਰਨ ਦੇ ਵਾਸਤੇ ਆਪ ਦਿੱਲੀ ਤਖਤ ਤੇ ਵੀ ਜਾ ਕੇ ਬੈਠੇਗਾ। ਪਾਤਸ਼ਾਹੀ ਸੁਖ ਸਿਉ ਕਰੇ ਬੈਰੀ ਰਹੇ ਨਾ ਕਾਏ। ਜੇ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਹੈ, ਫਿਰ ਵੈਰੀ ਕੌਣ ਰਹੇਗਾ ਜੋ ਸਭ ਨੂੰ ਸੰਭਾਲਣਾ ਹੈ? ਕਿ ਰਣਜੀਤ ਸਿੰਘ ਨੇ ਸਭ ਨੂੰ ਸੰਭਾਲਿਆ ਨਹੀਂਗਾ? ਜਿਸ ਵੇਲੇ ਗੁਰੂ ਪਿਆਰੋ ਕਾਲ ਪੈ ਗਿਆ ਤੇ ਆ ਸਾਡੀਆਂ ਪੰਜਾਬੀ ਦੀਆਂ ਸਕੂਲ ਦੀਆਂ ਕਿਤਾਬਾਂ ਵਿੱਚ ਇਹ ਕਹਾਣੀ ਹੁੰਦੀ ਸੀ ਪਹਿਲਾਂ, ਹੌਲੀ ਹੌਲੀ ਇਹ ਖਾਲਸੇ ਦੀਆਂ ਚੜ੍ਹਦੀ ਕਲਾ ਦੀਆਂ ਕਹਾਣੀਆਂ ਸਕੂਲਾਂ ਦੀਆਂ ਕਿਤਾਬਾਂ 'ਚੋਂ ਵੀ ਕੱਢਤੀਆਂ। ਕਿਤੇ ਆਉਣ ਵਾਲਾ ਜਿਹੜਾ ਨਿੱਕੇ ਬੱਚਿਆਂ ਦਾ ਪੋਸ਼ ਹੈ, ਨਵੇਂ ਬੱਚਿਆਂ ਦਾ ਪੋਸ਼, ਉਹਨੂੰ ਪਤਾ ਲੱਗ ਜੇ ਵੀ ਖਾਲਸਾ ਇਹੋ ਜਿਹਾ ਹੁੰਦਾ ਸੀਗਾ। ਹੌਲੀ ਹੌਲੀ ਵਿਗਾੜਿਆ ਜਾ ਰਿਹਾ ਗੁਰੂ ਪਿਆਰਿਓ ਪੰਜਾਬ ਦੇ ਇਤਿਹਾਸ ਨੂੰ, ਸਿੱਖਾਂ ਦੇ ਇਤਿਹਾਸ ਨੂੰ ਖਾਸ ਕਰਕੇ। ਤੇ ਉਸ ਕਹਾਣੀ ਵਿੱਚ ਕੀ ਹੁੰਦਾ ਸੀਗਾ ਕਿ ਕਾਲ ਪੈ ਗਿਆ
और राजा रणजीत सिंह ने कह दिता कि अपने सारे राशन के भंडार खोल दिओ, जिन्हों जिन्ना लोड़ है भर के लै जाओ बोरियां। कहते एक बजुर्ग आ गया और नाल उसके पोतरा है, उन्हें चादर रखी भंडारे कोल जिथों कणक वंडी जा रही सी। उन्हें गुरु प्यारिओ वध तो वध पाली, उसनूं गठड़ी नूं पंड नूं बन लिया चंगी तरह कणक नूं। हुण आप बुढ़ा सी, वो तो चक्की ना गई, पोतरा बच्चा सीगा, वो तो भी चक्किया ना गया, कोले बैठा उस गठड़ी दे जां जो जिस विच भी उन्हें कणक पाई है। ते गुरु प्यारो राजा ऐसा सीगा कि वो किसी वजीर दे सलाह ते नहीं सी चलदा, वो आप भेस बदल के भी पता करदा सीगा कि जनता दुखी तो नहीं हो रही। तो वह एक दिन घूमदा घूमदा उत्थे पहुँच गया जिथे वो बजुर्ग बैठा है कणक लैके, पर चक्की नहीं जाती, इन्हें मड़ासा मारिया होया, भेस बदलिया होया, सिर ते ताज नहीं है, मड़ासा मारिया होया आम मजदूरा वांगू जट्टां वांगू। और आके कहन लगे बाबा की गल लैके नहीं जाता कणक? कहना की करा पुत, बच्चा पोतरा बच्चा है, मैं बुढ़ा हाँ, चक्की जाती नहीं, लालच करके वध बन ली। वो कहना चल बापू मैं घरे छड्डे आउणा सोडे, चकाओ भी मैनू सिर ते। कहंदे वो कणक चक्की आ, बजुर्ग नूं मूहरे लाया तो उन्होंने घरे जाके पंड ला दी आ कणक वाली गठड़ी जो भी सीगा। और फिर उसने सिर तो मड़ासा खोल के मुँह पूंजन वास्ते कपड़ा खोलिया तो मुँह पूंजिया, तो जो मुँह पूंजिया तो जिमी अपना बजुर्ग ने पछाण लिया, कहते वो तो राजा रणजीत सिंह आप है। फिर पैरी पै गया, रोन लगे, महाराज तुसी आप मेरी कणक चक के लियाओ। राजा होंदे होए कहंदे वो नहीं राजा नहीं, मैं सेवादार हाँ। गल्लां बथेरियां ने कीतियां, राज नहीं सेवा, पर रणजीत सिंह दी वर्गी सेवा कोई नहीं कर सके। आखो सतनाम। एक माई आ गई, हथ विच तवा फड़िया होया, पहरेदारां कोले आ गई, कहंदे भाई रणजीत सिंह कित्थे है राजा साहब अपने? पहरेदार कहंदे क्यों बेबे? आ पुत्ता तवा उहदी बांह नाल लाउंदा माड़ा जा। कहते कमली हुई है तू, काला तवा उसकी बांह नाल लाउणा है। झगड़ा हो गया पहरेदारां विच ते माई विच, झगड़ा रणजीत सिंह जी कोल पहुँच गया। वो कहते गल की हो गई भाई? कहते राजा साहब कमली बुढ़ी आ, कहती है लोहे का तवा राजे की बांह नाल लाउणा। मैं सुनिया वो पारस है, मेरा तवा सोने का बन जू, मैं 4 पैसे वट लूँ। और रणजीत सिंह ने सोचा भी वाकया लोग तो मैनू पारस पारस कहते हैं, बुढ़ी तो भरोसा ही कर लिया। कहने भेज दिओगा, हाँ लिया बेबे तवा तेरा। अपनी बांह नाल घसा के सेवादार नूं कहंदा इहदे बराबर का सोना तोल के लिया खजाने चो, को सत या मोहरां लैके आनियां तवे जनियां। उहदा भरोसा टुटन नहीं दिता। एक दिन तुरिया जा रहे गली चों, बच्चे बेरी तो बेर तोड़ रहे ना, ये डले मारे अपनियां कहानियां पढ़िया हुई पहला किताबों चो, हुण पता नहीं पाउंदे कि नहीं पाउंदे पंजाबी दी किताबां च। बच्चे बेरा डले मार रहे हैं, बेरी नूं बेर डिग रहे आ। कुदरती रणजीत सिंह जी किसी पासों आ जा रहे सी, वो डला जाके उन्होंने सिर च वजिया। सिपाही भजे, फड़ो फड़ो फड़ो, किने मारे? बच्चों नूं फड़ लिया। कहते क्यों बच्चा डला के मारे? नहीं सोडे नहीं मारते जी, और असीं तां बेरी दे मारते सीगे। क्यों? मैं डला मारिए तो बेरी बेर दिंदी आ। कहते फिर मैं बेरी तो भी माड़ा होया होए, आ मोहरां थैली वंडदे बच्चों नूं। को सतनाम। कमाल दे राजे यार ऐसे होए आ। आने वाले समय च भी ऐसा राज आवेगा। और दिल्ली के लोगों ने आ किसानी अंदोलन वेले देख लिया कि सिख की चीज़ आ। को सतनाम। जिहड़ी साडी शक्ल साडी सूरत माड़ियां सरकारां ने दुनिया विच बनाई सी, वो किसानी अंदोलन ने ढा दित्ती है भी नहीं। सिख इन्ना माड़ा नहीं जिन्ना लोगों ने बनाया होया। को सतनाम। कमाल की गल है, उत्थे लंगर चलदा है, वो रोकण वाले सिपाही भी विच बह के लंगर छकदे, उन्हां नूं रोकिया नहीं जांदा। को लंगर छकण नूं रोकिया जांदा। जंग वेले जंग चलदी है, लंगर विच सारे बह के छकदे आ। कमाल दे सिख है। खैर मनोवृत्तियां उत्थे रखिए। मेरे प्रीतम जी कहंदे पातशाह जी प्रगट होएगा आप फरम अंदर में आए, नाम कहावे वाहिगुरु सिंह मिले सब जाए। जिधर देखे खालसा कंपे 14 लोए। सच्चा पुरख काय के बैठा दिल्ली जाए, पातशाही सुख स्यों करे वैरी रहे न कोए।
फिर कहने लगे की होवेगा 14 सहंसर बरख लग राज ऐसा ही होए। कहने लगे उस वेले फिर जिधर देखे खालसा खालसा ही खालसा दिखाई देवेगा। जिधर देखे खालसा कंपे 14 लोए 14 लोक 14 लोक खालसा राज ਦੇ ਵਿੱਚ ਦੁਸ਼ਮਣ ਕੰਬਣਗੇ, ਜਨਤਾ ਨਹੀਂ ਕੰਬੂਗੀ। ਦੁਸ਼ਮਣ ਕੰਬਣਗੇ ਖਾਲਸੇ ਦੇ ਰਾਜ ਵਿੱਚ ਜ਼ੁਲਮ ਕਰਨ ਤੋਂ, ਪਾਪ ਕਰਨ ਤੋਂ, ਬੇਅਦਬੀਆਂ ਕਰਨ ਤੋਂ, ਇਸਤਰੀਆਂ ਦੀਆਂ ਮਨੁੱਖਾਂ ਦੀਆਂ ਡਰਨਗੇ। ਚੰਬੇ 14 ਲੋਏ 14 सहंसर 14,000 साल 14 सहंसर बरख लो राज ऐसा होए 14,000 साल तक फिर राज चलना है। ओहो माया इकट्ठी करके देहो लंगर लाए। हाँ फिर लंगर खुला ही चलेगा, किसी ਨੂੰ ਘਰੇ ਰੋਟੀ ਨਹੀਂ ਪਕਾਉਣੀ ਪਵੇਗੀ। ਪਿੱਛੇ ਆਪਾਂ ਕਮਲ ਨੈਣ ਰਾਜੇ ਦਾ ਰਾਜ ਦੇਖਿਆ ਨਾ, ਭਾਈ ਮਰਦਾਨਾ ਛਕਣ ਵਾਸਤੇ ਜਾਂਦਾ ਹੈ ਤੇ ਉਥੋਂ ਦਾ ਇੱਕ ਮਨੁੱਖ ਧਰਮਚੰਦ ਕਹਿੰਦਾ ਹੈ ਹਾਂ ਭਾਈ ਕਿਵੇਂ ਆ, ਭੁੱਖ ਲੱਗੀ ਸੀ। ਕਹਿੰਦੇ ਛਕ ਲਾ ਫਿਰ ਜੋ ਛਕਣਾ, ਇੱਥੇ ਪੈਸਾ ਕੋਈ ਨਹੀਂ ਲੱਗਦਾ। ਅੱਛਾ ਕੀ ਗੱਲ, ਇਹ ਸਾਡੇ ਰਾਜੇ ਦਾ ਹੁਕਮ ਹੈ, ਖਾਲਸਾ ਰਾਜ ਵਿੱਚ ਵੀ ਹੋਣਾ। ਜਦੋਂ ਆ ਗਿਆ ਫਿਰ ਕਿਸੇ ਗਰੀਬ ਨੂੰ ਰੋਟੀ ਪਕਾਉਣ ਦੀ ਲੋੜ ਨਹੀਂ ਪੈਣੀ। ਕਹੋ ਸਤਿਨਾਮ। ਉਹ ਤਾਂ ਹੁਣ ਲੰਗਰ ਚਲਾਈ ਜਾਂਦੇ ਆ। ਖਾਲਸੇ ਦਾ ਰਾਜ ਤਾਂ ਹੁਣ ਵੀ ਹੈ ਤੇ ਰਾਜ ਨਾਲੇ ਦਿੱਲੀ ਦੇ ਪੱਥਰ ਦੇ ਤਖਤ ਤੇ ਕੁਰਸੀ ਤੇ ਬਹਿ ਕੇ ਨਹੀਂ, ਜਨਤਾ ਦੇ ਦਿਲ ਤੇ ਰਾਜ ਹੋ ਰਿਹਾ ਖਾਲਸੇ ਦਾ, ਕੋਈ ਮੰਨੇ ਜਾਂ ਨਾ ਮੰਨੇ। ਕਹੋ ਸਤਿਨਾਮ। ਉਹ ਦੂਸਰੀ ਗੱਲ ਹੈ, ਕੋਈ ਸਮਝੇ ਜਾਂ ਨਾ ਸਮਝੇ, ਪਰ ਖਾਲਸਾ ਗੁਰੂ ਗੋਬਿੰਦ ਸਿੰਘ ਸੱਚਾ ਖਾਲਸਾ ਜਿਹੜਾ ਹੈ ਉਸ ਦਾ ਜਨਤਾ ਦੇ ਦਿਲ ਤੇ ਵੀ ਰਾਜ ਹੈ। ਗੁਰੂ ਪਿਆਰਿਓ, ਗੁਰੂ ਕਿਰਪਾ ਕਰਨ। ਕਹਿੰਦੇ ਫਿਰ ਕੀ ਕਰਨਗੇ ਖਾਲਸਾ ਰਾਜ ਵਿੱਚ, ਮਾਇਆ ਇਕੱਠੀ ਕਰਕੇ ਦੇਣਗੇ ਲੰਗਰ ਲਾਏ। ਇੱਕੋ ਹੀ ਲੰਗਰ ਦੇਖ ਲਓ ਰਾਮਦਾਸ ਸਾਹਿਬ ਜੀ ਦਾ, ਹਰਮੰਦਰ ਸਾਹਿਬ ਦਾ 24 ਘੰਟੇ ਚੱਲਦਾ ਹੈ ਤੇ ਗਿਣਤੀ ਆਪੇ ਕਰ ਲਿਓ। ਮੈਂ ਤਾਂ ਹਰ 10 ਮਿੰਟਾਂ ਬਾਅਦ ਹਾਲ ਭਰਦੇ ਤੇ ਖਾਲੀ ਹੁੰਦੇ ਹੀ ਦੇਖੇ ਆ। ਸ਼ੱਕ ਕੇ ਕਹੋ ਸਤ, ਗਿਣਤੀ ਗੁਣਤੀ ਕੋਈ ਨਹੀਂ ਕਰ ਸਕਦਾ। ਗੁਰੂ ਨਾਨਕ ਦੇ ਖਜ਼ਾਨੇ ਆ। ਇਸ ਕਰਕੇ ਮਾਇਆ ਇਕੱਤਰ ਕਰਕੇ ਦੇਂਗੇ ਲੰਗਰ ਲਾਏ। ਨੰਗਾ ਭੁੱਖਾ ਅਰਥਿਆ ਖਾਲੀ ਕੋਈ ਨਾ ਜਾਏ। ਫਿਰ ਇਥੋਂ ਨਾ ਕੋਈ ਨੰਗਾ ਰਹੇਗਾ, ਕੱਪੜੇ ਨੂੰ ਕਬਾਲੇ ਨੂੰ ਕੱਪੜਾ ਮਿਲੇਗਾ, ਭੁੱਖੇ ਨੂੰ ਪ੍ਰਸ਼ਾਦਾ ਮਿਲੇਗਾ, ਅਰਥੀਆ ਮਾਇਆ ਦੇ ਲੋੜਵੰਦ ਨੂੰ ਮਾਇਆ ਵੀ ਮਿਲੇਗੀ, ਖਾਲੀ ਕੋਈ ਨਹੀਂ ਰਹੇਗਾ। ਨਾਨਕ ਆਖੀ ਰੁਕਨ ਦੀਨ ਇਹ ਵਰਤੇਗੀ ਰੀਤ। ਸੋ ਕਾਜੀ ਰੁਕਨ ਦੀਨ ਮੇਰੇ 10ਵੇਂ ਜਾਮੇ ਤੋਂ ਬਾਅਦ ਐਸੀ ਰੀਤ ਵਰਤੇਗੀ। ਕਰਨੀ ਨਾਮਾ ਜੋ ਪੜੇ ਵਦੇ ਸਾਹਿਬ ਸੋ ਪ੍ਰੀਤ। ਹੁਣ ਜਿਹੜਾ ਬੰਦਾ ਰੋਜ਼ ਇਸ ਸ਼ਬਦ ਨੂੰ ਪੜ੍ਹੇਗਾ, ਵਿਚਾਰੇਗਾ ਤੇ ਕੀ ਉਹਦੀ ਗੁਰੂ ਨਾਲ ਪ੍ਰੀਤੀ ਨਹੀਂ ਵਧੇਗੀ? ਜਿਹੜਾ ਇਸ ਗੱਲ ਨੂੰ ਯਾਦ ਰੱਖੇਗਾ ਸਾਹਿਬ ਦੇ ਨਾਲ ਪਿਆਰ ਪਵੇਗਾ। ਦੋਹੀ ਫਿਰੇ ਅਕਾਲ ਦੇ ਨਿੰਦਕ ਟਿਕੇ ਨਾ ਕੋਏ। ਦੋਹੀ ਫਿਰੇ ਅਕਾਲ ਕੀ, ਦੋਹੀ ਹੁੰਦਾ ਹੁਕਮ, ਅਕਾਲ ਪੁਰਖ ਦਾ ਹੁਕਮ ਹੀ ਚੱਲੇਗਾ। ਨਿੰਦਕ ਚੁਗਲ ਖੋਰ ਵਿਸ਼ੇ ਬਕਾਰੀ ਦੁਈ ਦਵੈਤ ਈਰਖਾ ਚੁਗਲੀ ਨਿੰਦਿਆ ਵਾਲੇ ਟਿਕ ਨਹੀਂ ਸਕਣਗੇ, कोई भी नहीं बचेगा। वन पर्वत सब भजेंगे तरे जगत में जोए। बंदा तो वाहिगुरु जपेगा जपेगा, पहाड़ भी वाहिगुरु जपणगे, पंछी भी वाहिगुरु जपणगे, दरख्त भी वाहिगुरु जपणगे। उस वाहिगुरु मंत्र नूं सारे जपणगे। पातशाह जी कहने बन पर्वत सब भजेंगे तरे जगत में सोए। सच जानियो जेड़ा वाहिगुरु मंत्र का जाप करेगा उतर जावेगा। राज करेगा खालसा आकी रहे ना कोई। पहले पातशाह ने बनाया होया प्लेनिंग है 10वें जामे तक पूरी होई आ, रहिंदी अगे पूरी होवेगी। कहो सतनाम। करनी नामे दा अर्थ है की होने आने वाले समय च। ये बाबे नानक ने पहला दसदा रुकन दीन नूं मक्के दे विच जा करके राज करेगा खालसा आकी रहे ना कोई। जदों खालसा राज हो कोई दुश्मन नहीं बचेगा। वार हुए सा मिलेंगे बच्चे शरण जो होए। सो काजी रुकन दीन तुसी भी उस अकाल दी शरण विच आ जाओ। तुसी मुहम्मद साहब दी असलीयत नूं भुल्ले होए हो, उन्हां दे बचनां नूं भुल्ले होए हो। मैं तुहानूं उन्हां दस्सिया रस्ता दस्सण वास्ते आया। बाबे नानक ने किसी अवतार दा खंडन नहीं कीतागा, बल्कि ये दस्सिया है कि तुसी उन्हां दस्से रस्ते चो औजर च पए होए हो और मैं वो रास्ता दोबारे दस्सण वास्ते आया। जे खुआर हो तो बचना है तो शरण विच आ जाओ। जो शरण आवे तिस गले लावे।
ਹਾਂ ਤਾਂ ਪਾਤਸ਼ਾਹੀ ਕਹਿੰਦੇ ਛੰਨ ਵਿੱਚ ਆਉਂਦਾ, ਉਹਨੂੰ ਆਪਣੇ ਗਲੇ ਲਾਉਂਦਾ, ਅੰਗ ਲਾਉਂਦਾ ਤੇ ਅੜੇ ਸੋ ਚੜੇ ਛੰਨ ਪਰੇ ਸੋ ਤਰੇ। ਇਹ ਤਾਂ ਬਚਨ ਆਪਾਂ ਰੋਜ਼ ਹੀ ਕਰਦੇ ਆ, ਖਰੇ ਕਰਨੀ ਨਾਮਾ ਜੋ ਸਤਿਗੁਰੂ ਪਾਤਸ਼ਾਹ ਨੇ ਮੱਕੇ ਦੇ ਵਿੱਚ ਕਾਜੀ ਲੋਕਲ ਦੀ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਦੋਹਰਾ बीत्यो केतक काल जब रहते तहाँ स्थान। ਤੋ ਇੱਥੇ ਕਈ ਦਿਨ ਪਾਤਸ਼ਾਹ ਨੇ ਮੱਕੇ ਵਿੱਚ ਕੱਟੇ। ਫੇਰ ਤਾਂ ਸਾਰੇ ਹਾਜੀ ਕਾਜੀ ਵਿਚਾਰ ਵਟਾਂਦਰੇ ਕਰਨ ਲੱਗੇ, ਬੜਾ ਪਿਆਰ ਪੈ ਗਿਆ ਬਾਬੇ ਨਾਨਕ ਨਾਲ। पूर्ण की नो त्याय अब कथा सुपग सुखदान। और इस तरह ये अध्याय पूरा हो गया है। दोहरा जिसमें अमृत ज्ञान है मानक भगत वैराग। ਹਾਂ ਇਹ ਕਥਾ ਜਿਹਦੇ ਵਿੱਚ ਅੰਮ੍ਰਿਤਮਈ ਗਿਆਨ ਹੈ, ਗਿਆਨ ਵਿੱਚ ਅੰਮ੍ਰਿਤ ਹੈ, ਔਰ ਮਾਨਕ ਹੀਰੇ ਜਵਾਹਰੂਤੀ ਭਗਤੀ ਦਾ ਤੇ ਵਿਰਾਗ ਦੇ ਮਾਨਕ ਹਨ। गुरु ग्रंथ ਸਾਹਿਬ ਉਦਤ ਬੰਦੋ ਕਰ ਅਨੁਰਾਗ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਵਿੱਚ ਅੰਮ੍ਰਿਤ ਰੂਪੀ ਗਿਆਨ ਹੈ, ਭਗਤੀ ਵਿਰਾਗ ਰੂਪੀ ਮੋਤੀ ਹਨ। ਐਸੇ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ। ਸ੍ਰੀ ਅੰਗਦ ਜੀ ਸੁਨੋ ਪੁੰਨ ਕੇਤਕ ਦਿਵਸ ਬਿਤਾਏ। ਤਾਂ ਭਾਈ ਬਾਲਾ ਜੀ ਕਥਾ ਅੱਗੇ ਤੋਰਦੇ ਨੇ, ਕਹਿੰਦੇ ਮਹਾਰਾਜ ਕਈ ਦਿਨਾਂ ਬਾਅਦ ਮਰਦਾਨੇ ਕੋ ਬਚ ਕਹੇ ਅਸ ਬਿਦ ਸ਼੍ਰੀ ਗਤ ਦਾਏ। ਇੱਕ ਦਿਨ ਬਾਬਾ ਜੀ ਕਹਿੰਦੇ ਮਰਦਾਨਿਆ ਸਵਈਆ चल बे जित चाहे चलो तित को सुनो बोलत पा गुर सो मरदाना। ਉਹ ਮਰਦਾਨਿਆ ਹੁਣ ਦੱਸ ਬਈ ਮੱਕਾ ਵੇਖ ਲਿਆ? ਕਹਿੰਦਾ ਜੀ ਮੱਕਾ ਤਾਂ ਵੇਖ ਲਿਆ, ਹੁਣ ਦੱਸ ਕਿੱਧਰ ਚੱਲਣਾ ਹੈ? जे थान में गोर मोहम्मद है दिखरावो मोहे को सौ मकाना। ਮਹਾਰਾਜ ਇੱਥੇ ਇੱਕ ਮਦੀਨਾ ਸੁਣਿਆ, ਉੱਥੇ ਮੁਹੰਮਦ ਸਾਹਿਬ ਦੀ ਕਬਰ ਹੈ, ਉਹਦੇ ਦਰਸ਼ਨ ਵੀ ਕਰਵਾ ਦਿਓ। ਕਹਿੰਦੇ ਫਿਰ ਉੱਥੇ ਕੱਲ ਨੂੰ ਚੱਲਾਂਗੇ, ਹੁਣ ਅੱਜ ਰਾਤ ਇੱਥੇ ਹੀ ਕੱਟਦੇ ਆ, ਵਿਚਾਰਾਂ ਇੱਥੇ ਹੀ ਰੋਕਦੇ ਆ, ਰਹਿੰਦੀਆਂ ਵਿਚਾਰਾਂ ਅਗਲੇ ਦਿਨ ਸਰਵਣ ਕਰਾਂਗੇ। ਰੋਕਣ ਦੀ ਆਗਿਆ ਬਖਸ਼ੋ। ਬਹੁਤ ਬਹੁਤ ਧੰਨਵਾਦ। ਸਮਾਪਤੀ ਕਰੀਏ ਜੀ। हे अच्युत हे पार ब्रह्म अविनाशी अगनास हे पूरन हे सर्वमय पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा बबेक हे अपरंपर हर हरे पीहो बनहार हे संत कै सदा संग दारा आधार हे ठाकुर हों दासरो मैं निर्गुण गुण नहीं कोई नानक दीजै नाम दान राखो ही परोए आए प्रभ शरणागति कृपा निध दयाल एक अखर हर मन बसत नानक होत निहाल एक अंकारा सतगुरु प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह।